ਤੁਸੀਂ ਵਕੀਲ ਸੀਗੇ ਉੱਥੇ ਨਾਲ ਸੀਬੀਆਈ ਦੇ ਨਾਲ ਉਸ ਮੌਕੇ ਤੇ ਜਦੋਂ ਬਹਿਸ ਹੋ ਰਹੀ ਸੀ 3 ਦਿਨ ਦੀ? ਇਹ ਜਿਨ੍ਹਾਂ ਨੇ ਤੁਹਾਨੂੰ ਜੱਜਾਂ ਨੇ ਕਿਹਾ ਨਾ, ਉਹਨਾਂ ਜੱਜਾਂ ਨੂੰ ਕਹੋ ਨਾ ਜਜਮੈਂਟ ਪੜ੍ਹ ਲਓ। ਆਹ ਸਾਹਮਣੇ ਬਾਬਾ ਜੀ ਦਾ ਕਮਰਾ, ਮੈਂ ਸਿਰਫ ਬਾਬੇ ਤੋਂ ਡਰਦਾ, ਬਾਬੇ ਨੂੰ ਆਨਸਰੇਬਲ, ਬਾਕੀ ਮੈਂ ਕਿਸੇ ਨੂੰ ਆਨਸਰੇਬਲ ਨਹੀਂ, ਕਿਸੇ ਤੋਂ ਨਹੀਂ ਮੈਂ ਡਰਦਾ। ਚਾਹੇ ਓਪੋਜੀਸ਼ਨ ਦਾ ਐਮਐਲਏ ਹੋਵੇ, ਚਾਹੇ ਰੂਲਿੰਗ ਪਾਰਟੀ ਦਾ ਹੋਵੇ, ਉਹਨਾਂ ਨੂੰ ਸਾਰਿਆਂ ਨੂੰ ਇਹ ਹਿੱਸਾ ਰੇਤ ਮਾਫੀ ਤੋਂ ਚੱਲਦਾ। ਇਹ 70-30% ਵਾਲੀ ਰੇਸ਼ੋ, 70% ਰੂਲਿੰਗ ਪਾਰਟੀ, 30% ਜਿਹੜੀ ਓਪੋਜੀਸ਼ਨ, ਇਹ ਵਾਲੀ ਰੇਸ਼ੋ ਚੱਲਦੀ ਆ। ਹੁਣ ਤੁਸੀਂ ਵਿਰੋਧੀ ਧਿਰ ਦੇ ਆਗੂ ਸੀ, ਤੁਸੀਂ ਉੱਥੇ ਡਾਂਗ ਫੜ ਕੇ ਖਲੋ ਸਕਦੇ ਸੀ ਕਿ ਕਿਹੜੇ ਜਿਹੜੇ ਐਮਐਲਏ ਤੇ ਮਿਨਿਸਟਰ ਉਹਨਾਂ ਨੂੰ ਡੀਸੀ ਵੀ ਆਪ ਲਵਾਉਣੇ ਆ, ਐਸਐਸਪੀ ਵੀ ਆਪ ਲਵਾਉਣੇ ਆ, ਫਿਰ ਹਲਕਾ ਇੰਚਾਰਜਾਂ ਨੂੰ ਜਾਂ ਜਿਹੜੇ ਐਮਐਲਏ ਆ ਉਹਨਾਂ ਨੂੰ ਐਸਐਚਓ ਡੀਐਸਪੀ ਵੀ ਆਪ ਲਵਾਉਣੇ ਆ। ਉਹ ਸਾਰੀ ਜਿਹੜੀ ਪ੍ਰਕਿਰਿਆ, ਉਹਦੇ ਵਿੱਚ ਵਿਵਸਥਾ ਦਾ ਸਭ ਤੋਂ ਅਹਿਮ ਅੰਗ ਬਿਊਰੋਕ੍ਰੇਸੀ, ਉਹ ਖਿੰਡ ਪੁੰਡ ਕੇ ਰਹਿ ਜਾਂਦੀ ਆ। ਰੰਧਾਵਾ ਸਾਹਿਬ, ਤੁਹਾਡੇ ਖਿਲਾਫ ਤਾਂ ਡਾਂਗ ਨਹੀਂ ਕੱਢੀ, ਮੈਨੂੰ ਤਾਂ ਚਾਹੇ ਤੁਸੀਂ ਭਗੌੜਾ ਵੀ ਕਹੀ ਗਏ ਫਿਰ ਵੀ ਨਹੀਂ ਸੀ ਕੱਢੀ। ਪਰ ਇਹ ਕਾਂਗਰਸ ਦੇ ਐਮਐਲਏ ਦਾ ਬਸ ਜਾਵੇ ਨਾ, ਉਹ ਤਾਂ ਇਹ ਕ੍ਰਿਸ਼ਨ ਕੁਮਾਰ ਨੂੰ ਕੱਲ ਨੂੰ ਚੁੱਕ ਕੇ ਦਿੱਲੀ ਛੱਡਿਆ। ਜਦੋਂ ਉੱਥੇ ਇਲੈਕਸ਼ਨ ਹੋਏ 2007 ਦੇ, ਤੇ ਉੱਥੋਂ ਤਿੰਨੋਂ ਤੋਂ ਤਿੰਨ ਅਕਾਲੀ ਐਮਐਲਏ ਆ ਗਏ, ਤੇ ਉਦੋਂ ਇਹ ਅਕਾਲੀ ਐਮਐਲਏ ਜਾ ਕੇ ਉਹਨੂੰ ਕਹਿੰਦੇ ਡੀਸੀ ਸਾਹਿਬ ਹੁਣ ਤਾਂ ਸਾਡੇ ਮੁਤਾਬਕ ਚੱਲਣਾ ਪੈਣਾ। ਇਹ ਕਹਿੰਦਾ ਮੈਂ ਤਾਂ ਜਿਵੇਂ ਚੱਲਦਾ ਸੀ ਉਵੇਂ ਹੀ ਚੱਲੂਗਾ। ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਸਾਡੇ ਨਾਲ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਰਦਾਰ ਹਰਵਿੰਦਰ ਸਿੰਘ ਫੂਲਕਾ, ਜਿਨ੍ਹਾਂ ਨੇ ਪੰਜਾਬ ਦੀ ਅਜ਼ਮਤ ਲਈ ਕਾਫੀ ਕੰਮ ਕੀਤਾ ਹੈ। ਹਾਲਾਂਕਿ ਕਈ ਦੋਸ਼ ਪ੍ਰਤੀਦੋਸ਼ ਦੇ ਵਿੱਚ ਵੀ ਘਿਰੇ ਰਹਿੰਦੇ ਆ, ਲੇਕਿਨ ਸਟੇਟ ਫਾਰਵਰਡ ਨੇ, ਨੱਕ ਦੀ ਸੇਧ ਨਾਲ ਚੱਲਦੇ ਨੇ। ਅੱਜ ਫੂਲਕਾ ਸਾਹਿਬ ਭੜਕੇ ਹੋਏ ਸੀ, ਉਹ ਪਿੰਡਾਂ ਵਾਲਿਆਂ ਵਾਂਗ ਜਿੱਦਾਂ ਡਾਂਗ ਕੱਢ ਕੇ ਨਹੀਂ ਬੰਦਾ ਖਲੋਤਾ ਹੁੰਦਾ, ਪੰਜਾਬੀਆਂ ਨੂੰ ਮਿਹਣੇ ਮਾਰਦੇ ਪਏ ਸੀ। ਮੈਂ ਕਿਹਾ ਚਲੋ ਫੂਲਕਾ ਸਾਹਿਬ ਨੂੰ ਪੁੱਛ ਲੈਂਦੇ ਆ, ਫਿਕਰ ਤੇ ਮੈਨੂੰ ਵੀ ਹੈ, ਪਤਾ ਨਹੀਂ ਕਦੋਂ ਮੇਰੇ ਦੁਆਲੇ ਡਾਂਗ ਕੱਢ ਲੈਣ। ਪਰ ਫੂਲਕਾ ਸਾਹਿਬ ਫਿਰ ਵੀ ਸਵਾਗਤ ਹੈ, ਸਾਨੂੰ ਸਵਾਦ ਆਉਂਦਾ ਜਦੋਂ ਬੰਦਾ ਸਿੱਧਾ ਇੱਥੋਂ ਛਾਤੀ ਚੋਂ ਗੱਲ ਕਰਦਾ, ਢਿੱਡੋਂ ਕਰਦਾ। ਵੈਲਕਮ। ਰੰਧਾਵਾ ਸਾਹਿਬ, ਤੁਹਾਡੇ ਖਿਲਾਫ ਤਾਂ ਡਾਂਗ ਨਹੀਂ ਕੱਢੀ, ਮੈਨੂੰ ਤਾਂ ਚਾਹੇ ਤੁਸੀਂ ਭਗੌੜਾ ਵੀ ਕਹੀ ਗਏ ਫਿਰ ਵੀ ਨਹੀਂ ਸੀ ਕੱਢੀ। ਪਰ ਜਦੋਂ ਤੁਸੀਂ ਪੰਜਾਬ ਦੇ ਉਹ ਟੀਚਰਸ ਨੂੰ, ਜਿਨ੍ਹਾਂ ਨੇ ਪੰਜਾਬ ਦੇ ਵਾਸਤੇ ਇੰਨਾ ਕੰਮ ਕੀਤਾ, ਪੰਜਾਬ ਦਾ ਟਰਨ ਅਰਾਊਂਡ ਲਿਆਤੀ, ਜਿਹੜੇ ਲੋਕ ਉਹਨਾਂ ਨੂੰ ਕਹਿ ਰਹੇ ਆ ਨਾ ਝੂਠੇ ਰਿਜ਼ਲਟ, ਨਕਲ ਮਰਵਾਉਂਦੇ ਆ, ਇਹ ਕਰਦੇ ਆ, ਦੇਖੋ ਉਹਦੇ ਨਾਲ ਗੁੱਸਾ ਆਉਂਦਾ ਮੈਨੂੰ। ਜੋ ਕਹਿੰਦਾ ਕਈ, ਪਰ ਕਮ ਸੇ ਕਮ ਉਹ ਟੀਚਰ ਜਿਨ੍ਹਾਂ ਨੇ ਜੀ ਜਾਨ ਲਗਾ ਕੇ ਅੱਜ ਪੰਜਾਬ ਦੀ ਨੁਹਾਰ ਬਦਲੀ ਹੈ, ਸਕੂਲਾਂ ਦੀ ਨੁਹਾਰ ਬਦਲੀ ਹੈ, ਉਹਨਾਂ ਨੂੰ ਤੁਹਾਨੂੰ ਪਤਾ ਨਹੀਂ, ਸਤਾ ਨਹੀਂ, ਤੁਹਾਨੂੰ ਦੇਖਿਆ ਨਹੀਂ, ਕਦੇ ਗਏ ਨਹੀਂ, ਸਕੂਲਾਂ 'ਚ ਨਹੀਂ ਗਏ, ਕਦੇ ਜਾ ਕੇ ਹਾਲ ਨਹੀਂ ਪੁੱਛਿਆ, ਤੇ ਉਹ ਘਰੇ ਬੈਠੇ ਗਾਲਾਂ ਕੱਢੀ ਜਾਂਦੇ। ਮੈਨੂੰ ਸਰਦਾਰ ਸਾਹਿਬ ਬੜੀ ਇੱਕ ਮਿਹਣਾ ਬੜਾ ਵਧੀਆ ਤੁਹਾਡਾ ਲੱਗਿਆ। ਤੁਸੀਂ ਕਿਹਾ ਪੰਜਾਬ ਨੇ ਦਿੱਲੀ ਨੂੰ ਪਛਾੜਤਾ ਐਜੂਕੇਸ਼ਨ ਦੇ ਵਿੱਚ, ਸਰਕਾਰੀ ਸਕੂਲਾਂ ਦੇ ਨਜ਼ਰੀਏ ਤੋਂ। ਪੰਜਾਬੀ ਉਹ ਸੁੱਤੇ ਕਿੱਥੇ ਰਹਿ ਗਏ? ਤੁਸੀਂ ਇਸ ਮੁੱਦੇ ਨੂੰ ਛੇੜਿਆ ਕਿਉਂ ਨਹੀਂ? ਹਜ਼ਾਰਾਂ ਮੀਡੀਆ ਦੇ ਚੈਨਲ ਆ ਸਾਡੇ ਸਮੇਤ, ਅਸੀਂ ਲੋਕ ਭੱਜੇ ਫਿਰਦੇ ਆ ਪੋਲੀਟੀਸ਼ੀਅਨਸ ਦੇ ਮਗਰ। ਸੱਚਿਓ ਜਿੱਥੇ ਕਿਤੇ ਕੋਈ ਹਰਿਆ ਬੂਟਾ ਦਿਸਦਾ, ਪਾਣੀ ਪਾਉਣ ਕੋਈ ਨਹੀਂ ਵੱਧਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਫੂਲਕਾ ਸਾਹਿਬ ਇੱਕ ਅੱਧੇ ਅਫਸਰ, ਅਸੀਂ ਕ੍ਰਿਸ਼ਨ ਕੁਮਾਰ ਕਰੀ ਜਾਂਦੇ ਆ, ਇੱਕ ਅਫਸਰ ਕਿੱਦਾਂ ਇਕੱਲਾ ਸਾਰ ਲੂਗਾ? ਅਫਸਰਾਂ ਦੀ ਹੇੜ ਬੈਠੀ ਆ। ਸਾਡੇ ਪੰਜਾਬ ਦੇ ਜੰਮੇ ਜਾਏ ਜਿਹੜੇ ਪੀਸੀਐਸ, ਪੀਪੀਐਸ ਜਾਂ ਆਈਐਸ ਦੇ ਵਿੱਚ ਵੀ ਪੁਰਾਣੇ ਬੰਦੇ ਬੈਠੇ ਆ, ਕਿ ਉਹਨਾਂ ਨੂੰ ਪੰਜਾਬ ਦਾ ਦਰਦ ਨਹੀਂ ਆਉਂਦਾ? ਮਹਿਕਮੇ ਕਈ ਨੇ ਜਿਹੜੇ ਡੁੱਬ ਚੱਲੇ ਆ, ਪੋਲੀਟੀਸ਼ੀਅਨ ਕਦੇ ਦਫ਼ਤਰਾਂ 'ਚ ਨਹੀਂ ਵੜ ਕੇ ਵੇਖਦੇ। ਹੁਣ ਕਿਹੜੇ ਤੁਹਾਡੇ ਦਰਦ ਦੇ ਨਾਲ ਤੁਰੀਏ? ਤੁਸੀਂ ਤਾਂ ਡਾਂਗ ਫੜ ਕੇ ਆ ਜਾਂਦੇ ਹੋ, ਹੁਣ ਸਾਡੀਆਂ ਤਾਂ ਮੌਰਾਂ ਪਹਿਲਾਂ ਹੀ ਸਿੱਕੀਆਂ ਪਈਆਂ। ਦੇਖੋ, ਦੂਜੇ ਅਫਸਰ ਨਾਲ ਤਾਂ ਮੇਰਾ ਵਾਹ ਨਹੀਂ ਪਿਆ, ਮੈਨੂੰ ਪਤਾ ਨਹੀਂ। ਕ੍ਰਿਸ਼ਨ ਕੁਮਾਰ ਨਾਲ ਤਾਂ ਮੇਰਾ ਵਾਹ ਪਤਾ ਨਹੀਂ, ਮੈਂ 15 ਸਾਲ ਤੋਂ ਪਿਆ ਵਾ। 2006 ਦੀ ਗੱਲ ਆ, ਜਦੋਂ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਪ੍ਰੋਜੈਕਟ ਸ਼ੁਰੂ ਕੀਤਾ ਸੀ। ਮੈਂ ਦਿੱਲੀ ਤੋਂ ਫੈਕਲਟੀ ਲਿਜਾ ਕੇ ਨਾ ਪੰਜਾਬ ਦੇ ਵਿੱਚ ਅਸੀਂ ਕੋਚਿੰਗ ਕਲਾਸਿਸ ਚਲਾਉਂਦੇ ਸੀ। ਉਦੋਂ ਇਹ ਨਵਾਂ ਸ਼ਹਿਰ ਡੀਸੀ ਸੀ, ਮੈਂ ਜਾ ਕੇ ਖੁਦ ਦੇਖਿਆ, ਤੁਹਾਨੂੰ ਵੀ ਪਤਾ ਹੋਣਾ ਕਿ ਨਵਾਂ ਸ਼ਹਿਰ ਜਿਹੜੇ ਕਿਵੇਂ ਪੂਰਾ ਦਾ ਪੂਰਾ ਸਿਸਟਮ ਹੀ ਬਦਲਤਾ ਸੀ। ਕਿਸੇ ਨੂੰ ਜ਼ਰੂਰਤ ਹੀ ਨਹੀਂ ਸੀ ਜਾ ਕੇ ਕਿਸੇ ਪੋਲੀਟੀਸ਼ੀਅਨ ਕੋਲੇ ਜਾਣ ਦੀ, ਆਪਣੇ ਆਪ ਸਾਰਾ ਹੁੰਦਾ ਸੀ। ਮੈਂ ਖੁਦ ਜਾ ਕੇ ਸਾਰਾ ਸਿਸਟਮ ਦੇਖਿਆ। ਉੱਥੇ ਅਸੀਂ ਕੋਚਿੰਗ ਕਲਾਸਿਸ ਵੀ ਚਲਾਈਆਂ, ਉਹ 1 ਸਾਲ ਪੂਰੀਆਂ ਚੱਲੀਆਂ, ਔਰ ਉੱਥੋਂ ਦੇ ਬੱਚੇ, ਸਰਕਾਰੀ ਸਕੂਲਾਂ ਦੇ ਬੱਚੇ ਚੰਗੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਵੀ ਗਏ। ਉਦੋਂ 2007 ਦੀ ਗੱਲ ਕਰਦਾ ਮੈਂ, ਤੇ ਉਦੋਂ ਤੋਂ ਮੇਰੇ ਨਾਲ ਬਾਅਦ ਜਿਹੜਾ ਡਾਇਰੈਕਟਰ ਸਕੂਲ ਐਜੂਕੇਸ਼ਨ ਬਣ ਗਿਆ, ਉਦੋਂ ਵੀ ਅਸੀਂ ਕੋਚਿੰਗ ਕਲਾਸਿਸ ਐਜੂਸੈਟ ਤੇ ਚਲਾਈਆਂ। ਮੈਂ ਇਹਦੀ ਵਰਕਿੰਗ ਉਦੋਂ ਤੋਂ ਦੇਖ ਰਿਹਾ। ਬਾਕੀਆਂ ਦੇ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ, ਕਿਉਂਕਿ ਮੈਂ ਇਹਨਾਂ ਕਲੋਜ਼ਲੀ ਬਾਕੀਆਂ ਨੂੰ ਦੇਖਿਆ ਨਹੀਂ। ਇਹਨੂੰ ਮੈਂ ਦੇਖਿਆ, ਇਹਦੀ ਸਿੰਸੀਅਰਿਟੀ ਨੂੰ ਦੇਖਿਆ, ਇਹਦੇ ਕੰਮ ਕਰਨ ਦੇ ਤਰੀਕੇ ਨੂੰ ਦੇਖਿਆ। ਤੇ ਇਹ ਜਿਹੜਾ ਬੰਦਾ ਪਰਵਾਹ ਨਹੀਂ ਕਰਦਾ, ਜਿੱਥੇ ਭੇਜਣਾ ਭੇਜ ਦਿਓ, ਮੈਨੂੰ ਕੋਈ ਪਰਵਾਹ ਨਹੀਂ। ਮੈਨੂੰ ਉਦੋਂ ਜ਼ਿਆਦਾ ਜੋ 2000 ਪਿਛਲੀ ਕੈਪਟਨ ਸਰਕਾਰ ਵੇਲੇ ਸੀ, ਇਹ ਜਦੋਂ ਡੀਸੀ ਸੀ ਉੱਥੇ, ਇਹਨੇ ਰੰਧਾਵਾ ਸਾਹਿਬ, ਜੇ ਤੁਹਾਨੂੰ ਪਤਾ ਹੋਵੇ ਨਾ, ਇਹਨੇ ਆਪਣੇ ਨਾ ਡੀਸੀ ਆਫਿਸ ਦੇ ਵਿੱਚ 30 ਵਿੰਡੋ ਲਗਾਤੀਆਂ ਸੀ। ਅੱਜ ਕੱਲ੍ਹ ਜਿਹੜਾ ਤੁਹਾਡਾ ਸਰਵਿਸ ਐਕਟ ਹੋਣਾ ਹੈ ਨਾ, ਉਦੋਂ 2000
5-6 ਦੇ ਵਿੱਚ ਉਹ ਸਿਸਟਮ ਇਦੋਂ ਵੀ ਵਧੀਆ ਬਣਾਇਆ ਸੀ। 29 ਵਿੰਡੋਜ਼ ਦੇ ਵਿੱਚ ਜਾ ਕੇ ਤੁਸੀਂ ਆਪਣਾ ਜੋ ਵੀ ਸਰਕਾਰੀ ਕੰਮ ਆ ਉੱਥੇ ਜਾ ਕੇ ਦਿਓ ਤੇ ਉੱਥੇ ਤੁਹਾਨੂੰ ਸਲਿੱਪ ਮਿਲ ਜੂਗੀ, ਇਹ 7 ਦਿਨ 'ਚ ਹੋਏਗਾ, ਇਹ 10 ਦਿਨ 'ਚ ਹੋਏਗਾ, 15 ਦਿਨ 'ਚ ਹੋਊਗਾ। 3ਵੀਂ ਵਿੰਡੋ ਸੀ ਜਿਹੜੀ ਉਹ ਸੀਗੀ ਕੰਪਲੇਂਟ ਦੀ ਵਿੰਡੋ। ਜੇ ਤੁਹਾਡਾ 7 ਦਿਨ 'ਚ ਨਹੀਂ ਹੋਇਆ, ਜਾ ਕੇ ਉੱਥੇ ਕੰਪਲੇਂਟ ਵਿੰਡੋ ਦੇ ਉੱਤੇ ਜਾ ਕੇ ਪੁੱਛੋਗੇ ਜੀ ਤੁਹਾਡਾ ਕਿੱਥੇ ਫਸਿਆ ਵਾ। ਤੇ ਜੇਕਰ ਜੇ ਤੁਹਾਡਾ 7 ਦਿਨ 'ਚ ਕੰਮ ਹੋਣਾ, 10 ਦਿਨ ਲੱਗ ਗਏ ਨਹੀਂ ਹੋਇਆ, ਜਾ ਕੇ ਡੀਸੀ ਦਫ਼ਤਰ ਦੇ ਬਾਹਰ ਖੜੇ ਹੋ ਜਾਓ ਤੇ ਡੀਸੀ ਇੱਕਦਮ ਬੁਲਾਉਂਦਾ ਸੀ। ਮੈਂ ਇੱਕ ਵਾਰੀ ਖੁਦ ਦੇ ਕੋਲੇ ਅੰਦਰ ਬੈਠਾ ਤੇ ਮੈਨੂੰ ਇਹ ਕਹਿੰਦਾ, CCTV ਕੈਮਰੇ ਨੇ ਬਾਹਰ ਲਗਾਇਆ ਵਾ ਸੀ, ਕਹਿੰਦਾ ਫੁਲਕਾ ਸਾਹਿਬ 1 ਮਿੰਟ देंगे। ਉਹ ਬਾਹਰ ਇੱਕ ਬਜ਼ੁਰਗ ਖੜਾ ਹੈ, ਇੱਕ ਬਜ਼ੁਰਗ ਖੜਾ, ਮੈਂ ਪੁੱਛ ਲੂੰ ਕਿਉਂ ਖੜਾ ਹੈ। बल्कि मेरे नाल मीटिंग रोक के इन्होंने अंदर बुलाया, बोल बाबा क्या है, बल्कि पर वैसे फूलका साहब कहते हैं, अच्छा मैं सुनो ना, कृष्ण कुमार च डिक्टेटरशिप भी एटीट्यूड आ, एक पहलू आ, दूजा पहलू ये भी आ, डिक्टेटर तो दसदा ना, डिक्टेटरशिप दसदा जिन ते डिक्टेटरशिप कहंदे हो। ਜਦੋਂ ਉੱਥੇ ਇਹ ਕਾਂਗਰਸੀ ਸਰਕਾਰ ਸੀ, ਪਿਛਲੀ ਕੈਪਟਨ ਦੀ ਸਰਕਾਰ ਸੀ, ਉਦੋਂ ਇਹ ਕਹਿੰਦੇ ਰਹੇ ਅਕਾਲੀ ਤੇ ਬੜਾ ਵਧੀਆ DC ਆ ਜੀ, ਬੜਾ ਵਧੀਆ DC ਆ, ਕਿਉਂਕਿ ਕਾਂਗਰਸ MLA ਦੀ ਚਲਦੀ ਨਹੀਂ ਸੀ, ਲੋਕਾਂ ਦੇ ਕੰਮ ਆਪਣੇ ਆਪ ਹੁੰਦੇ ਸੀ, ਗਲਤ ਕੰਮ ਨਹੀਂ ਸੀ ਹੁੰਦੇ। ਜਦੋਂ ਉੱਥੇ ਇਲੈਕਸ਼ਨ ਹੋਏ 2007 ਦੇ ਤੇ ਉੱਥੋਂ ਤਿੰਨੋਂ ਤੋਂ ਤਿੰਨ ਅਕਾਲੀ MLA ਆ ਗਏ ਤੇ ਉਦੋਂ ਇਹ ਅਕਾਲੀ MLA ਜਾ ਕੇ ਉਹਨੂੰ ਕਹਿੰਦੇ DC ਸਾਹਿਬ ਹੁਣ ਤਾਂ ਸਾਡੇ ਮੁਤਾਬਕ ਚੱਲਣਾ ਪੈਣਾ। ਇਹ ਕਹਿੰਦਾ ਮੈਂ ਤਾਂ ਜਿਵੇਂ ਚੱਲਦਾ ਸੀ ਉਵੇਂ ਹੀ ਚੱਲੂਗਾ। ਕਹਿੰਦੇ ਫਿਰ ਬਦਲਣਾ, ਕਹਿੰਦਾ ਜਿੱਥੇ ਬਦਲਣਾ ਬਣਾ ਦਿਓ। ਬਲਕਿ ਉਹਨਾਂ ਨੇ ਜਾ ਕੇ, ਜੇਕਰ ਕੋਈ ਹੋਰ ਹੁੰਦਾ, ਉਹਨਾਂ ਨੇ ਜਾ ਕੇ ਬਾਦਲ ਦੇ ਉੱਥੇ ਬਹਿ ਗਏ ਕਿ ਜੀ ਇਹਨੇ ਤਾਂ ਸਾਨੂੰ ਵਿਹਲਾ ਕਰ ਦੇਣਾ, ਆਪਣੇ ਆਪ ਕੰਮ ਕਰੀ ਜਾਂਦਾ, ਸਾਨੂੰ ਕੌਣ ਪੁੱਛੂ। ਬਲਕਿ ਸਾਡੇ ਪੋਲੀਟੀਸ਼ੀਅਨ ਦਾ ਹਾਲ ਦੇਖੋ, ਜਿਹੜਾ ਅਫਸਰ ਲੋਕਾਂ ਦੇ ਕੰਮ ਆਪਣੇ ਆਪ ਕਰਦਾ ਉਹ ਅਫਸਰ ਬਹੁਤ ਗੰਦਾ, ਜਿਹੜਾ ਪਰਚੀ ਲੈ ਕੇ ਕੰਮ ਕਰਦਾ ਸਿਰਫ ਉਹ ਅਫਸਰ ਚੰਗਾ। ਇਹ ਸਾਡੇ ਪੋਲੀਟੀਸ਼ੀਅਨ ਦਾ ਹਾਲ ਆ। ਉਦੋਂ ਨੇ ਉੱਥੋਂ ਬਦਲਿਆ, ਉਦੋਂ ਬਾਅਦ ਦੂਜੀ ਵਾਰ ਜੋ ਡਾਇਰੈਕਟਰ ਐਜੂਕੇਸ਼ਨ ਲਗਾਤਾ, ਉਦੋਂ ਬਾਅਦ ਫਿਰ ਬਦਲਿਆ। ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਡਿਕਟੇਟਰਸ਼ਿਪ ਚੱਲਦਾ, ਡਿਕਟੇਟਰਸ਼ਿਪ ਜਿਹੜਾ ਰੂਲ ਦੇ ਮੁਤਾਬਕ ਚੱਲਦਾ, ਜੋ ਰੂਲ ਨੂੰ ਇੰਪਲੀਮੈਂਟ ਕਰ ਰਿਹਾ, ਉਹ ਡਿਕਟੇਟਰਸ਼ਿਪ ਨਹੀਂ ਹੁੰਦੀ, ਫਰਮਨੈਸ ਹੁੰਦੀ ਹੈ। ਫਰਮਨੈਸ ਹੁੰਦੀ ਹੈ, ਡਿਕਟੇਟਰਸ਼ਿਪ ਨਹੀਂ ਹੁੰਦੀ। ਸਾਨੂੰ ਫੂਲਕਾ ਸਾਹਿਬ ਦਰਦ ਆ ਇਸ ਮਿੱਟੀ ਦਾ। ਮਤਲਬ ਅਸੀਂ ਕੋਈ ਦਾਅਵਾ ਨਹੀਂ ਕਰਦੇ, ਹਰੇਕ ਜੀ ਚਾਹੁੰਦਾ ਹੈ ਕਿ ਉਹ ਜਿੱਥੇ ਵੱਸਦਾ ਹੈ ਉਹ ਬਿਹਤਰ ਹੋਵੇ, ਚੰਗਾ ਹੀ ਆ, ਸੁਖੀ ਵਸੂਗਾ ਬੰਦਾ। ਪੋਲੀਟੀਸ਼ੀਅਨਸ ਨੇ ਤੇ ਜਿੱਦਾਂ ਦੇ ਹਾਲਾਤ ਬਣਾ ਤੇ, ਪਿਛਲੀ ਵਾਰੀ ਤੁਸੀਂ ਮੇਰੇ ਗੱਲ ਪੈ ਗਏ ਸੀ ਕਿ ਐਡੇ ਕਿਹੜੇ ਪਰਚੇ ਹੋਣ ਡੇ। ਇੱਥੇ ਡਰ ਦੇ ਵਿੱਚ ਤਾਂ ਲੋਕ ਜਿੰਦੇ ਆ ਵੀ ਜੇ ਐਰਕਾ ਅਗਲਿਆਂ ਦੀ ਆ ਗਈ ਸਰਕਾਰ ਫਿਰ ਕੀ ਹੋਊਗਾ। ਸਵਾਲ ਇਹ ਆ ਕਿ ਕਈ ਵਾਰੀ ਕਈ ਅਫਸਰਾਂ ਨੂੰ ਫੁੱਲ ਟਾਈਮ ਕੰਮ ਕਰਨ ਦਾ ਮੌਕਾ ਵੀ ਨਹੀਂ ਮਿਲਦਾ। ਇਸ ਅਫਸਰ ਦੇ ਉੱਤੇ, ਕ੍ਰਿਸ਼ਨ ਕੁਮਾਰ ਦੇ ਉੱਤੇ ਇਹ ਆਮ ਕਿਹਾ ਜਾਂਦਾ ਹੈ। ਜਿਹੜੇ ਬਾਕੀ ਬਿਊਰੋਕਰੈਟਸ ਨੇ ਆਫ ਦਾ ਰਿਕਾਰਡ ਗੱਲ ਕਰਦੇ, ਗੈਰ ਰਸਮੀ ਗੱਲ ਕਰਦੇ ਆ, ਉਹਨੂੰ ਫੁੱਲ ਟਾਈਮ ਦਿੱਤਾ ਹੋਇਆ, 3-3 4-4 ਸਾਲ ਇੱਕ ਅਹੁਦੇ ਤੇ ਬਹਿ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ, ਉਹਨੂੰ ਫ੍ਰੀ ਹੈਂਡ ਦਿੱਤਾ ਜਾਂਦਾ ਹੈ, ਉਹਨੂੰ ਪੋਲੀਟੀਸ਼ੀਅਨਸ ਤੰਗ ਨਹੀਂ ਕਰਦੇ, ਜੇ ਤੰਗ ਕਰਦੇ ਆ ਤਾਂ CM ਕੋਲ ਚਲੇ ਜਾਂਦਾ ਹੈ। ਸਵਾਲ ਇਹ ਹੈ ਕਿ ਇਦਾਂ ਦੀ ਫਰੀडम ਲੈਣ ਲਈ ਤੁਹਾਨੂੰ ਕੀ ਕਰਨਾ ਪੈਂਦਾ। ਇਹ ਵੀ ਤੇ ਵੱਡਾ ਸਵਾਲ ਆ ਕਿ ਜੇ ਕ੍ਰਿਸ਼ਨ ਕੁਮਾਰ ਨੂੰ ਮਿਲ ਸਕਦੀ ਬਾਕੀਆਂ ਨੂੰ ਕਿਉਂ ਨਹੀਂ ਮਿਲਦੀ। ਇਹ ਵੀ ਵੱਡਾ ਸਵਾਲ ਆ ਕਿ ਪੰਜਾਬ ਦੇ ਵਿੱਚ ਕੁਝ ਹੋਵੇ ਤਾਂ ਸਹੀ। ਦੇਖੋ ਰੰਧਾਵਾ ਸਾਹਿਬ, ਇੱਕ ਗੱਲ ਆ, ਜਦੋਂ ਇਹਦਾ ਕੰਮ ਉੱਥੇ ਨਵਾਂ ਸ਼ਹਿਰ ਸਭ ਨੇ ਦੇਖਿਆ, ਖਾਸ ਕਰਕੇ ਤੁਹਾਡੇ NRI ਨੇ ਸਾਰਿਆਂ ਨੇ ਦੇਖਿਆ, ਉੱਥੇ ਬੈਠੇ ਇਹਨਾਂ ਦੇ ਕੰਮ ਹੁੰਦੇ ਸੀ, ਕਿਸੇ ਨੂੰ ਨਵਾਂ ਸ਼ਹਿਰ ਸਾਰਿਆਂ ਨੇ ਦੇਖਿਆ। ਜੇਕਰ ਕੋਈ ਅਫਸਰ ਇਹੋ ਜਿਹਾ ਜਿਹੜਾ ਕਿ ਪੋਲੀਟੀਸ਼ੀਅਨ ਦੀ ਬਿਲਕੁਲ ਨਹੀਂ ਪਰਵਾਹ ਕਰਦਾ, ਪੋਲੀਟੀਸ਼ੀਅਨ ਦੇ ਕਹੇ ਗਲਤ ਕੰਮ ਨਹੀਂ ਕਰਦਾ, ਜੇਕਰ ਉਹਨੂੰ ਮੀਡੀਆ ਤੇ ਪਬਲਿਕ ਸਪੋਰਟ ਨਹੀਂ ਮਿਲੂਗੀ ਤਾਂ ਹੀ ਤਾਂ ਦੂਜੇ ਅਫਸਰ ਉਹ ਕੰਮ ਨਹੀਂ ਕਰਦੇ। ਕਿਉਂਕਿ ਜੇ ਉਹਨੂੰ ਕ੍ਰਿਟਿਸਾਈਜ਼ ਇਹ ਕੀਤਾ ਜਾਊਗਾ ਕਿ ਦੂਜੇ ਅਫਸਰਾਂ ਨੂੰ ਕਿਉਂ ਨਹੀਂ ਮਿਲਦਾ, ਦੂਜੇ ਅਫਸਰ ਵੀ ਕਰੋ, ਉਹਨਾਂ ਨੂੰ ਵੀ ਉਹਨਾਂ ਨੂੰ ਦਵਾਓ ਸਮਾਂ। ਉਹਨਾਂ ਦੇ ਜਿਹੜੇ ਦੂਜੇ ਓਨੈਸਟ ਅਫਸਰ ਆ ਉਹਨਾਂ ਨੂੰ ਤੁਸੀਂ ਐਨਕਰੇਜ ਕਰੋ, ਉਹਨਾਂ ਨੂੰ ਵੀ ਫ੍ਰੀ ਹੈਂਡ ਦਵਾਓ। ਇਹ ਸਾਡੇ ਪੋਲੀਟੀਸ਼ੀਅਨਾਂ ਦੀਆਂ ਪਰਚੀਆਂ ਬੰਦ ਕਰਵਾਓ ਜੇ ਪੰਜਾਬ ਦਾ ਕੋਈ ਥੋੜਾ ਮੋਟਾ ਸੁਧਾਰ ਕਰਨਾ। ਨਹੀਂ ਤਾਂ ਪੋਲੀਟੀਸ਼ੀਅਨਾਂ ਦੀਆਂ ਪਰਚੀਆਂ, ਮੈਂ ਹੁਣੇ ਆਪਣੇ ਫੇਸਬੁੱਕ ਤੇ ਪਾ ਕੇ ਹਟਿਆ, ਮੈਂ ਕਿਹਾ ਜੇ ਇਹ ਜਿਹੜਾ ਸਕੂਲਾਂ ਸੁਧਾਰ ਹੋਇਆ ਨਾ, ਇਹ ਜੇ ਕਾਂਗਰਸ ਦੇ MLA ਦਾ ਬਸ ਜਾਵੇ ਨਾ, ਉਹ ਤਾਂ ਇਹ ਕ੍ਰਿਸ਼ਨ ਕੁਮਾਰ ਨੂੰ ਕੱਲ ਨੂੰ ਚੁੱਕ ਕੇ ਦਿੱਲੀ ਛੱਡਿਆ, ਕਿਉਂਕਿ ਉਹਨਾਂ ਦੀ ਮੰਗ ਆ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਕੀ ਹੋ ਰਿਹਾ, ਕਿਸੇ ਨੂੰ ਨਹੀਂ ਪਤਾ ਸਕੂਲਾਂ 'ਚ ਕੀ ਹੋ ਰਿਹਾ, ਕਿਸੇ ਕਾਂਗਰਸ ਦੇ MLA ਨੂੰ ਨਹੀਂ ਪਤਾ ਹੋਏਗਾ ਉਹਦੇ ਸਕੂਲ 'ਚ ਕੀ ਹੋ ਰਿਹਾ। ਮੈਂ ਤੁਹਾਨੂੰ ਦੱਸਦਾ, ਮੈਂ 2008 ਦੇ ਵਿੱਚ ਨਾ, ਅਸੀਂ ਉਦੋਂ ਐਜੂਸੈਟ ਦਾ ਪ੍ਰੋਗਰਾਮ ਚਲਾਇਆ ਸੀ, ਚੰਡੀਗੜ੍ਹ ਤੋਂ ਸਾਡੀ ਫੈਕਲਟੀ ਦਿੱਲੀੋਂ ਆਉਂਦੀ ਸੀ, ਫ੍ਰੀ ਕਲਾਸ ਚਲਾਉਂਦੇ ਹੁੰਦੇ ਸੀ ਤੇ ਸਾਰੇ ਪੰਜਾਬ ਦੇ ਵਿੱਚ ਉਹ ਲਾਈਵ ਕਲਾਸਿਸ ਚੱਲਦੀਆਂ ਸੀ। ਉਦੋਂ 60 ਸਕੂਲਾਂ ਤੋਂ ਸ਼ੁਰੂ ਹੋਈਆਂ, ਅਖੀਰ ਦੇ ਆ ਕੇ 250-300 ਸਕੂਲਾਂ ਤੱਕ ਬਣ ਗਈਆਂ ਸੀ, 2014 ਤੱਕ ਚੱਲਿਆ। ਉਦੋਂ ਦੀ ਗੱਲ ਆ। 2010 ਦੇ ਵਿੱਚ ਮੈਂ ਜਾ ਕੇ ਇਹਨਾਂ ਨੂੰ, ਬਾਦਲ ਸਾਹਿਬ ਨੂੰ ਮੈਂ ਮਿਲਿਆ, ਇਹਨੂੰ ਪ੍ਰੋਜੈਕਟ ਨੂੰ ਦੱਸਦੇ। ਮੈਂ ਬਾਦਲ ਸਾਹਿਬ ਨੂੰ ਦੱਸਿਆ ਕਿ ਜੀ ਮੈਂ
50 ਸਕੂਲਾਂ 'ਚ ਖੁਦ ਵਿਜ਼ਿਟ ਕਰਕੇ ਆਇਆ। ਦੇਖੋ ਮੈਂ ਉਦੋਂ ਪੋਲਿਟਿਕਸ 'ਚ ਨਹੀਂ ਸੀ, ਮੈਂ ਇੱਕ ਵਕੀਲ ਸੀ। ਇੱਥੋਂ ਵਕੀਲ ਹੋਣ ਦੇ ਨਾਤੇ ਮੇਰਾ ਹਰ ਸੰਡੇ ਉੱਥੇ ਨਿਕਲਦਾ ਸੀ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ 'ਚ। ਮੈਂ ਕਹਾਂ 50 ਸਰਕਾਰੀ ਸਕੂਲਾਂ 'ਚ ਖੁਦ ਵਿਜ਼ਿਟ ਕਰਕੇ ਆਇਆ। ਆਹ ਹਾਲਤ ਆ ਤੁਹਾਡੇ ਸਕੂਲਾਂ ਦੀ ਇਹ ਕੰਡੀਸ਼ਨ ਆ। ਤੇ ਮੈਂ ਕਿਹਾ ਤੁਸੀਂ ਜਿਹੜਾ ਦੇਖਿਓ ਤੁਹਾਡਾ ਕਿਹੜਾ ਅਫਸਰ ਤੇ ਕਿਹੜਾ ਜਾਂਦਾ, ਕਹਿੰਦਾ ਕੋਈ ਜਾਂਦਾ ਹੀ ਨਹੀਂ ਜੀ। ਇਹ ਤਾਂ ਹਾਲ ਹੈ। ਤੁਸੀਂ ਦੇਖੋ ਗੱਲ ਇਹ ਆ, ਜੇਕਰ ਕੋਈ ਅਫਸਰ ਕੰਮ ਕਰਦਾ ਉਹਦੀ ਤਾਰੀਫ ਕਰੋ, ਇਹ ਬੰਦਾ ਤਾਰੀਫ ਕਰਦਾ। ਜੇ ਉਹ ਕਰਪਸ਼ਨ ਕਰਦਾ ਤਾਂ ਉਹਦੇ ਤੇ ਲਾਓ, ਇਹ ਡਿਕਟੇਟਰ ਆ ਜੀ, ਜੇ ਰੂਲ ਦੇ ਮੁਤਾਬਕ ਡਿਕਟੇਟਰ ਆ, ਕਿਸੇ ਦੀ ਮੰਨਦਾ ਨਹੀਂ, ਕਿਸੇ ਦੇ ਕਹੇ ਗਲਤ ਕੰਮ ਨਹੀਂ। ਕਈ ਫੁਲਕਾ ਸਾਹਿਬ, ਕਈ ਜਿਹੜੇ ਪੋਲੀਟੀਸ਼ੀਅਨ ਨੇ ਉਹ ਵੀ ਗੈਰ ਰਸਮੀ ਗੱਲਬਾਤ 'ਚ ਕਹਿੰਦੇ ਆ ਕਿ ਕ੍ਰਿਸ਼ਨ ਕੁਮਾਰ ਦੀ ਪ੍ਰਵਿਰਤੀ ਹੁੰਦੀ ਹੈ ਕਿ ਜਿੰਨੇ ਵੀ ਇੰਸਟੀਟਿਊਸ਼ਨ ਆ, ਜੇ ਉਹ ਪੰਜਾਬ ਸਕੂਲ ਬੋਰਡ ਹੈ ਉਹ ਵੀ ਮੇਰੇ ਕੋਲ ਹੋਵੇ, ਜੇ DGSC ਵਾਲਾ ਵਾ ਡਾਇਰੈਕਟਰ ਸਕੂਲ ਐਜੂਕੇਸ਼ਨ ਉਹ ਵੀ ਮੇਰੇ ਕੋਲ ਹੋਵੇ, ਪ੍ਰਿੰਸੀਪਲ ਸੈਕਟਰੀ ਵੀ ਮੈਂ ਹੋਵਾਂ, ਸੈਕਟਰੀ ਵੀ ਮੈਂ ਹੋਵਾਂ। ਇਹ ਪੋਲੀਟੀਸ਼ੀਅਨਸ ਦਾ ਪਹਿਲੂ ਦੱਸਦਾ। ਮੈਨੂੰ ਅਕਾਲੀ ਸਰਕਾਰ ਦੇ ਕੁਝ ਮੰਤਰੀਆਂ ਨੇ ਵੀ ਇਹ ਗੱਲ ਦੱਸੀ ਹੈ ਜਿਨ੍ਹਾਂ ਦੇ ਨਾਲ ਕੰਮ ਦਾ ਤਜਰਬਾ ਰਿਹਾ। ਹੁਣ ਵੀ ਜਿਹੜੇ ਕੋਈ ਆਫ ਦਾ ਰਿਕਾਰਡ ਗੱਲਬਾਤ ਕਰਦੇ ਆ, ਕਈ ਅਫਸਰ ਵੀ ਕਰਦੇ। ਮੈਂ ਅੱਗੇ ਆਉਣਾ। ਇੱਕ ਮਿੰਟ ਸੁਣੋ। ਔਰ ਅਕਾਲੀ ਸਰਕਾਰ ਵੇਲੇ ਮੈਂ ਉਹ ਐਜੂਸੈਟ ਦੇ ਵਿੱਚ ਕੰਮ ਕੀਤਾ ਸੀ ਨਾ, ਜਦੋਂ ਅਸੀਂ ਫ੍ਰੀ ਫੈਕਲਟੀ ਦਿੰਦੇ ਸੀ, ਅਸੀਂ ਜਦੋਂ ਕਰਦੇ ਸੀ। ਮੈਂ ਤੁਹਾਨੂੰ ਉਹਦੀ ਗੱਲ ਦੱਸਦਾ, ਜਿੰਨੀ ਰਜ਼ਾ ਪਿੰਦਰਜੀਤ ਕੌਰ ਸੀ, ਪਿੰਦਰਜੀਤ ਕੌਰ ਨੇ ਤੈਨੂੰ ਦਿੱਤਾ। ਮੈਂ ਜਿਹੜੇ ਵੀ ਸਕੂਲ ਵਿੱਚ ਜਾਂਦਾ ਸੀ ਨਾ, ਹਰ ਸਕੂਲ ਦੇ ਵਿੱਚ ਜੋ ਸੁਧਾਰ ਕਰਨਾ ਸੀ, ਮਤਲਬ ਡਿਟੇਲੀ ਦੱਸਦਾ, ਕ੍ਰਿਸ਼ਨ ਕੁਮਾਰ ਹਊਆ ਹੁੰਦਾ ਸੀ। ਉਸ ਟਾਈਮ ਦੇ ਉੱਤੇ ਇੰਨਾ ਸਕੂਲਾਂ ਦਾ ਹਾਲ ਵਿਗੜਿਆ ਸੀ, ਇੱਕ ਤਰ੍ਹਾਂ ਦੀ ਉਹ ਹਊਆ ਬਣ ਕੇ ਹੀ ਸਕੂਲ ਦਾ ਸੁਧਾਰ ਹੋ ਸਕਦਾ ਸੀ, ਉਹ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਤੇ ਉਦੋਂ ਅਕਾਲੀ ਕਿਸੇ MLA ਦੀ, ਕਿਸੇ ਮਿਨਿਸਟਰ ਦੀ ਚੱਲਦੀ ਨਹੀਂ ਸੀ। ਇਹ ਜਦੋਂ ਭੁਪਿੰਦਰਜੀਤ ਕੌਰ ਬਦਲ ਗਈ ਤੇ ਦੂਜੇ ਐਜੂਕੇਸ਼ਨ ਮਿਨਿਸਟਰ ਆਏ, ਉਹਨੇ ਕਿਹਾ ਮੇਰੇ ਮੁਤਾਬਕ ਚੱਲ, ਇਹ ਕਹਿੰਦਾ ਮੈਂ ਤਾਂ ਉਵੇਂ ਚੱਲੂਗਾ। ਤੁਸੀਂ ਹੁਣ ਦੇਖੋ ਗੱਲ ਇਹ ਆ, ਜਦੋਂ ਜਿਹੜਾ ਬੰਦਾ ਪਰਫਾਰਮ ਕਰਦਾ, ਜਿਹੜਾ ਬੰਦੇ ਨੇ ਉਹਦੀ ਓਨੈਸਟੀ ਦੇਖੋ ਤੁਸੀਂ, ਉਹਨੇ ਪਰਫਾਰਮ ਕਰਕੇ ਦਿੱਤਾ। ਅੱਜ ਤੁਸੀਂ ਰੰਧਾਵਾ ਸਾਹਿਬ, ਮੈਂ ਤੁਹਾਨੂੰ ਅੱਜ ਕਹਿਣਾ, ਤੁਸੀਂ ਇਸ ਤਰ੍ਹਾਂ ਕਰੋ। ਹੁਣ ਅੱਜ ਕੱਲ੍ਹ ਚਲੋ ਸਕੂਲ ਬੰਦ ਆ ਨਹੀਂ, ਪਰ ਜਦੋਂ ਤੁਸੀਂ ਇਹ ਆਪਣੇ ਸਰਕਾਰ 10 ਪਿੰਡਾਂ ਵਿੱਚ ਜਾ ਕੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲ ਕੇ ਤੁਸੀਂ ਪੁੱਛੋ, ਤੋਂ ਬਾਅਦ ਮੇਰਾ ਗੱਲ ਕਰੋ। ਅੱਛਾ, ਇੱਕ ਅਹਿਮ ਸਵਾਲ। ਚਲੋ ਵੈਸੇ ਮੈਂ ਇਸ ਅਫਸਰ ਦੀ ਮੈਨੂੰ ਪਤਾ, ਮੈਂ ਹਵਾ 'ਚ ਨਹੀਂ ਗੱਲਾਂ ਕਰ ਰਿਹਾ। ਮੈਂ ਇਸ ਅਫਸਰ ਦੀ ਸਿਫਤ ਇਸ ਗੱਲੋਂ ਕਰਦਾ ਹਾਂ ਕਿ ਇਹ ਬੰਦਾ 8 ਵਜੇ ਤੋਂ 10 ਮਿੰਟ ਪਹਿਲਾਂ ਕਈ ਸਕੂਲਾਂ ਦੇ ਅਸੈਂਬਲੀ ਦੇ ਵਿੱਚ ਜਾ ਕੇ ਖੜਾ ਹੁੰਦਾ ਹੈ। ਇੱਕ ਅਫਸਰ ਜਿਹੜਾ ਗਰਾਊਂਡ ਨਾਲ ਵੀ ਜੁੜਿਆ ਹੈ। ਚਲੋ ਵੱਖਰੀ ਗੱਲ ਹੈ ਕਿ ਜਿੱਥੇ ਕੰਮ ਹੋਣਾ ਉੱਥੇ ਕਈਆਂ ਨੂੰ ਸੇਕ ਵੀ ਲੱਗ ਜਾਂਦੇ ਆ, ਮੈਂ ਸਹਿਮਤ ਹਾਂ ਤੁਹਾਡੇ ਨਾਲ। ਲੇਕਿਨ ਅਫਸਰਾਂ ਨੂੰ ਇੰਨੀ ਫਰੀडम ਨਾਲ ਕੰਮ ਕਰਨ ਦੀ ਇਜਾਜ਼ਤ ਕੈਪਟਨ ਅਮਰਿੰਦਰ ਸਿੰਘ ਨੂੰ ਦੇਣੀ ਚਾਹੀਦੀ ਆ। ਬਾਕੀ ਅਫਸਰ ਵੀ ਜਿਹੜੇ ਕਾਬਲ ਨੇ, ਉਹਨਾਂ ਨੂੰ ਵੱਖ-ਵੱਖ ਮਹਿਕਮਿਆਂ 'ਚ ਜਿਹੜਾ ਉਹਨਾਂ ਦਾ ਐਕਸਪਰਟੀ ਹੈਗੀ, ਜਿੱਥੇ ਮੁਹਾਰਤਾਂ ਲਾਉਣੇ ਚਾਹੀਦੇ ਆ। ਪਰ ਮੈਂ ਹੁਣ ਥੋੜਾ ਜਿਹਾ ਅੱਗੇ ਆਉਣਾ ਚਾਹੂੰਗਾ। ਸਰਦਾਰ ਸਾਹਿਬ, ਸਵਾਲ ਇਹ ਹੈ ਕਿ ਆਖਰ ਤੁਸੀਂ ਵੀ, ਹੁਣ ਤੁਸੀਂ ਮੈਨੂੰ ਅੱਗੇ ਪਹਿਲਾਂ ਮਿਹਣਾ ਮਾਰਤਾ, ਤੁਸੀਂ ਮੈਨੂੰ ਭਗੌੜਾ ਕਹਿੰਦੇ ਰਹੇ। ਮੈਂ ਸੋਚਦਾ ਹਾਂ, ਜਦੋਂ ਤੁਸੀਂ ਵਿਰੋਧੀ ਧਿਰ ਦੇ ਆਗੂ ਸੀਗੇ, ਹੁਣ ਤੁਸੀਂ ਵਿਰੋਧੀ ਧਿਰ ਦੇ ਆਗੂ ਸੀ, ਤੁਸੀਂ ਉੱਥੇ ਡਾਂਗ ਫੜ ਕੇ ਖਲੋ ਸਕਦੇ ਸੀ ਕਿ ਕਿਹੜੇ ਜਿਹੜੇ MLA ਤੇ ਮਿਨਿਸਟਰ ਉਹਨਾਂ ਨੂੰ DC ਵੀ ਆਪ ਲਵਾਉਣੇ ਆ, SSP ਵੀ ਆਪ ਲਵਾਉਣੇ ਆ, ਫਿਰ ਹਲਕਾ ਇੰਚਾਰਜਾਂ ਨੂੰ ਜਾਂ ਜਿਹੜੇ MLA ਆ ਉਹਨਾਂ ਨੂੰ SHO DSP ਵੀ ਆਪ ਲਵਾਉਣੇ ਆ। ਉਹ ਸਾਰੀ ਜਿਹੜੀ ਪ੍ਰਕਿਰਿਆ, ਉਹਦੇ ਵਿੱਚ ਵਿਵਸਥਾ ਦਾ ਸਭ ਤੋਂ ਅਹਿਮ ਅੰਗ ਬਿਊਰੋਕ੍ਰੇਸੀ, ਉਹ ਖਿੰਡ ਪੁੰਡ ਕੇ ਰਹਿ ਜਾਂਦੀ ਆ। ਉਹ ਇਹਨਾਂ ਦੀ ਚਾਪਲੂਸੀ ਤੋਂ ਵੱਧ ਹੀ ਨਹੀਂ ਸਕਦੀ। ਉਹਨਾਂ ਦੀ ਮਜਬੂਰੀ ਆ, ਉਹਨਾਂ ਨੇ ਪੋਸਟਿੰਗਸ ਲੈਣੀਆਂ, ਉਹਨਾਂ ਵੀ ਬੱਚੇ ਪੜਾਉਣੇ ਆ, ਉਹਨਾਂ ਨੂੰ ਬਾਰ-ਬਾਰ ਸ਼ਿਫਟਿੰਗ ਦੇ ਵਿੱਚ ਨੁਕਸਾਨ ਹੁੰਦੇ ਆ। ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚੋਂ 3-3 ਸਾਲ ਦੀਆਂ ਪੋਸਟਿੰਗਸ ਦੀਆਂ ਹਦਾਇਤਾਂ ਆਈਆਂ ਨੇ, ਜਾਂ ਜਿਹੜੇ ਕੋਈ ਸੁਧਾਰ ਹੋਏ ਆ, ਰਿਫਾਰਮਸ ਹੋਏ ਆ ਇਹ ਸਿਵਲ ਪ੍ਰਸ਼ਾਸਨ ਨੂੰ ਲੈ ਕੇ, ਅਸੀਂ ਕਿਉਂ ਨਹੀਂ ਇੰਪਲੀਮੈਂਟ ਕਰਦੇ? ਚੀਫ ਸੈਕਟਰੀ ਦਾ ਪ੍ਰੈਰੋਗੇਟਿਵ ਹੋਵੇ ਕਿ ਉਹ ਕਿਹੜਾ DC ਲਾਉਣਾ, ਕਿੱਥੇ SSP ਲਾਉਣੇ ਆ, ਉਹ DGP ਦਾ ਹੋਵੇ ਮੁੱਖ ਮੰਤਰੀ ਦੀ ਸਲਾਹ ਨਾਲ। ਕੁੱਲ ਮਿਲਾ ਕੇ ਉਹਨਾਂ ਨੂੰ ਆਜ਼ਾਦੀ ਦਿਓ ਤਾਂ ਕਿ ਇੱਕ SHO ਜਿਹੜਾ MLA ਨੇ ਲਵਾਇਆ, ਸਰਦਾਰ ਜੀ, ਉਹ SSP ਨੂੰ ਕੀ ਜਾਣੂਗਾ? ਜੇ SSP ਵੀ PPS ਆ, ਉਹਨੂੰ ਵੀ ਕਿਸੇ MLA ਦੇ ਥੱਲੇ ਹੀ ਸਿਫਾਰਿਸ਼ ਕਰਕੇ ਆਉਣਾ ਪੈ ਰਿਹਾ। ਸਵਾਲ ਤਾਂ ਇਹ ਹੈ ਕਿ ਇੱਕ MLA ਇੱਕ ਵਿਰੋਧ ਕਰ ਦਿੰਦਾ ਤੇ ਬੰਦਾ ਬਦਲ ਕੇ ਭੇਜ ਦਿੰਦੇ ਹੋ। ਤੁਸੀਂ ਕਿੱਦਾਂ ਸਿਸਟਮ ਸੁਧਾਰ ਲਿਆਵਾਂਗੇ? ਤੁਸੀਂ ਬਤੌਰ ਵਿਰੋਧੀ ਧਿਰ ਦੇ ਆਗੂ ਇਹ ਕਰ ਸਕਦੇ ਸੀ, ਹਰ ਵੇਲੇ ਰੌਲਾ ਪਾ ਸਕਦੇ ਸੀ, 20 MLA ਤੁਹਾਡੇ ਨਾਲ ਸੀ। ਮੈਂ ਤਾਂ ਉਮੀਦ ਕਰਦਾ ਹੈ ਇਦਾਂ ਦਾ ਕੋਈ ਤੁਹਾਨੂੰ ਮੌਕਾ ਨਹੀਂ ਬਹੁਤਾ ਮਿਲਿਆ। ਮੈਂ ਹੁਣ ਕੀ ਕਵਾਂ? ਮੈਂ ਨਹੀਂ ਕੁਝ ਕਹਿਣਾ, ਤੁਸੀਂ ਕਹੋ। ਜਿੰਨਾ ਕਿ ਮਿਲਿਆ ਸੀ, ਮੈਂ ਤਾਂ ਡਾਂਗ ਚੱਕੀ ਵੀ ਸੀ। ਮੈਂ ਤਾਂ, ਜੇਕਰ ਤੁਸੀਂ ਉਦੋਂ ਦੇਖੋ, ਜਿੰਨੇ ਸਕੂਲਾਂ ਦੇ ਵਿੱਚ ਉਦੋਂ ਰਿਜ਼ਲਟ ਆਇਆ, ਜਿਹੜੇ 16 ਸਕੂਲ ਸੀ ਜਿਨ੍ਹਾਂ 'ਚ 10% ਤੋਂ ਵੀ ਘੱਟ ਪਾਸ ਪਰਸੈਂਟੇਜ ਸੀ, ਮੈਂ ਉਹ ਸਕੂਲਾਂ 'ਚ ਗਿਆ, ਆਪ ਜਾ ਕੇ ਉੱਥੇ ਗੱਲ ਕੀਤੀ ਆ, ਟੀਚਰਸ ਨਾਲ ਆਪ ਗੱਲ ਕੀਤੀ ਆ। ਮੈਂ ਇੱਕ ਬਠਿੰਡੇ ਦੇ ਸਕੂਲ ਵਿੱਚ ਗਿਆ ਸੀ, ਬਠਿੰਡੇ ਗੋਨਿਆਣੇ ਦੇ ਕੋਲੇ ਇੱਕ ਸਕੂਲ, ਗਰਲਜ਼ ਸਕੂਲ, 0 ਪਾਸ ਪਰਸੈਂਟੇਜ ਸੀ, ਸਾਰੀਆਂ ਕੁੜੀਆਂ ਫੇਲ ਸੀ। ਬਠਿੰਡੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ, ਇਹ 2017 ਦੀ ਗੱਲ ਆ, ਜਦੋਂ ਲੀਡਰ ਆਪਰੇਸ਼ਨ ਸੀ। ਮੈਂ ਕਿਹਾ ਆ ਨੰਨੀ ਛਾਂ
ਹਰਸਿਮਰਤ ਕੌਰ ਬਾਦਲ ਲਈ ਫਿਰਦੀ ਆ ਲੜਕੀਆਂ ਵਾਸਤੇ, ਉਹਦੇ ਆਪਣੇ ਹਲਕੇ 'ਚ 0%, 0 ਪਾਸ ਪਰਸੈਂਟੇਜ। ਮਤਲਬ ਕਿ ਇਹ ਹਾਲ ਆ, ਇੰਨਾ ਬੁਰਾ ਹਾਲ ਆ। ਮੈਂ ਤਾਂ ਸ਼ੁਰੂ ਕਰਤਾ ਸੀ, ਇਹਨਾਂ ਨੇ ਉਹ ਸੁਖਬੀਰ ਬਾਦਲ ਨੇ ਕਈ ਟੀਚਰ ਦੇ ਲੀਡਰ ਨੂੰ ਉਠਾਤਾ ਕਿ ਇਹਨਾਂ ਦੇ ਖਿਲਾਫ ਬੋਲੋ। ਇਹ ਆ ਕੇ ਟੀਚਰਾਂ ਨੂੰ ਬਲੇਮ ਕਿਉਂ ਕਰਦੇ ਆ ਸਕੂਲਾਂ ਵਿੱਚ? ਵੀ ਜਿੱਥੇ 0 ਪਾਸ ਪਰਸੈਂਟੇਜ ਆਊਗੀ ਤੇ ਟੀਚਰ ਨੂੰ ਬਲੇਮ ਨਹੀਂ ਕਰੋਗੇ, ਹੋਰ ਕੀ ਕਰੋਗੇ? ਮੈਂ ਤਾਂ ਪਰਵਾਹ ਨਹੀਂ ਸੀ ਕੀਤੀ। ਮੈਂ ਤਾਂ ਜਿੱਥੇ ਜਿੱਥੇ ਸਫਾਈ ਕਰਮਚਾਰੀ ਜਿਨ੍ਹਾਂ ਦੇ ਇਹ ਆਪਣੇ ਗਠਰ ਦੇ ਵਿੱਚ ਜਾ ਕੇ ਡੈਥ ਹੋਈਆਂ, ਸਾਰਿਆਂ ਦੇ ਘਰਾਂ 'ਚ ਜਾ ਕੇ ਉਹਨਾਂ 10-10 ਲੱਖ ਰੁਪਏ ਦਵਾਇਆ। ਮੇਰੇ ਉੱਥੇ ਵਿਰੋਧੀ ਧਿਰਾਂ ਨੇਤੇ ਹੁੰਦੇ ਹੋਏ ਜਿੱਥੇ ਜਿੱਥੇ ਕਿਸੇ ਫਾਰਮ ਨੇ ਸੁਸਾਈਡ ਕੀਤਾ, ਮੈਂ ਜਾ ਕੇ ਉਹਨੂੰ ਕੰਪਨਸੇਸ਼ਨ ਦਵਾਈ। ਤੇ ਸਾਰਾ ਕੁਝ ਦੇਖ ਲਓ। ਮੈਂ ਕਿਹਾ ਜੇਕਰ ਇਹ ਸੱਜਣ ਕੁਮਾਰ ਦੇ ਕੇਸ ਵਾਲਾ ਗੱਲ ਨਾ ਹੁੰਦੀ ਨਾ, ਜੇ ਨਾ ਹੁੰਦੀ ਤਾਂ ਮੈਂ ਉੱਥੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਂ ਨਹੀਂ ਸੀ ਛੱਡਦਾ। ਹੌਲੀ ਹੌਲੀ ਕੋਸ਼ਿਸ਼ ਕਰ ਰਿਹਾ ਸੀ ਢਲਣ ਦੀ, ਪਰ ਇਹ ਮੇਰੀ ਜ਼ਿੰਦਗੀ ਦਾ, ਸਾਰੀ ਜ਼ਿੰਦਗੀ ਦੀ ਮਿਹਨਤ ਦਾ ਸਵਾਲ ਸੀ। ਮੇਰੇ ਬਿਨਾਂ ਨਹੀਂ ਸੀ ਕਰਦਾ। ਜਦੋਂ ਮੈਂ ਉੱਥੋਂ ਆਪਣੀ ਪਾਰਟੀ ਤੋਂ ਮੰਗੀ ਛੁੱਟੀ ਕਿ ਮੈਨੂੰ ਤੁਸੀਂ ਦੇ ਦਿਓ ਇਸ ਕੇਸ ਵਾਸਤੇ, ਉਹ ਪਾਰਟੀ ਔਖੀ ਹੋ ਗਈ ਤੇ ਉਹ ਲੋਕ ਵੀ ਔਖੇ ਹੋ ਗਏ, ਮੀਡੀਆ ਵਾਲੇ ਵੀ ਔਖੇ ਹੋ ਗਏ। ਬਈ ਮੈਂ ਸੱਜਣ ਕੁਮਾਰ ਦਾ ਕੇਸ ਕਰਨ ਜਾ ਰਿਹਾ, ਮੈਂ ਦੂਜਿਆਂ ਵਾਂਗੂ ਜਿਹੜੇ ਦੂਜੀ ਪਾਰਟੀ ਜੁਆਇਨ ਕਰਕੇ ਉਹ ਫਿਰ ਜਿੱਤ ਕੇ ਆ ਜਾਂਦੇ ਆ, ਉਹ ਕੁਛ ਤਾਂ ਨਹੀਂ ਮੈਂ ਕਰ ਰਿਹਾ। ਮੰਤਰੀ ਦਾ ਅਹੁਦਾ ਛੱਡ ਕੇ ਜਾ ਰਿਹਾ, ਮੰਤਰੀ ਦਾ ਅਹੁਦਾ ਛੱਡ ਕੇ ਜਾ ਰਿਹਾ, ਤੇ ਪਰ ਉਹਦੇ ਚ ਭਗੌੜਾ ਕਹਿਣ ਲੱਗ ਗਏ। ਤੁਸੀਂ ਮਿਲ ਕੇ ਤੁਸੀਂ ਉਹ ਵੀ ਤਾਂ ਜਿਹੜਾ ਉਹ ਪੱਖ ਵੀ ਤਾਂ ਦੇਖ ਲਓ ਨਾ। ਨਹੀਂ, ਮੈਂ ਫੁਲਕਾ ਸਾਹਿਬ, ਤੁਸੀਂ ਬਹੁਤ ਪਿਆਰੀ ਗੱਲ ਕੀਤੀ ਹੈ, ਪਰ ਮੈਂ ਬਹੁਤ ਅਧੀਨਗੀ ਨਾਲ ਮਾਫੀ ਮੰਗ ਕੇ, ਬਹੁਤ ਨਿਮਰਤਾ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ ਹੈ। ਮੇਰੇ ਕੋਲ ਕਈ ਇਸ ਤਰ੍ਹਾਂ ਦੇ ਫੈਕਟ ਆਏ, ਕੁਝ ਮੈਂ ਮਾਫੀ ਚਾਹੁੰਦਾ, ਮੈਂ ਨਾਂ ਨਹੀਂ ਲੈ ਸਕਦਾ। ਕੁਝ ਜੱਜਸ ਵੀ ਸੀਗੇ ਸਾਬਕਾ, ਔਰ ਕੁਝ ਪੋਲੀਟੀਸ਼ੀਅਨ ਨੇ, ਔਰ ਕੁਝ ਵਕੀਲ ਵੀ ਨੇ, ਜਿਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਜਿਹੜਾ ਸੱਜਣ ਕੁਮਾਰ ਦਾ ਕੇਸ ਸੀ, ਉਹ ਤੇ CBI ਦੇ ਵਕੀਲਾਂ ਨੇ ਲੜਨਾ ਸੀ। ਉਹ ਤਾਂ ਜਿਹੜੇ ਕੋਈ ਚੀਮਾ ਫੈਮਿਲੀ ਦੇ ਵਿੱਚ 2 ਜੀ ਸੀਗੇ, ਉਹ ਲੜ ਰਹੇ ਸੀਗੇ। ਫੁਲਕਾ ਸਾਹਿਬ ਜੇਕਰ ਨਾ ਵਿੱਚ ਸ਼ਾਮਲ ਹੋ ਕੇ ਆਪ ਵੀ ਬਾਹਰੋਂ ਰਹਿ ਕੇ ਵੀ ਸਪੋਰਟ ਕਰਦੇ, ਕੋਈ ਮੁਸ਼ਕਲ ਨਹੀਂ ਸੀ। ਇੱਧਰ ਦਾ ਰੋਲ ਵੱਡਾ ਸੀਗਾ, ਇਹ ਵੀ ਕਰ ਲੈਂਦੇ ਤੇ ਉੱਥੇ ਵੀ ਸਪੋਰਟ ਕਰੀ ਜਾਂਦੇ। ਫੁਲਕਾ ਸਾਹਿਬ, ਮੈਂ ਨਹੀਂ ਕਹਿ ਰਿਹਾ, ਇਹ ਲੋਕਾਂ ਦੇ ਮੈਨੂੰ ਸਵਾਲ ਆਏ ਪਹਿਲੇ ਪ੍ਰੋਗਰਾਮ ਤੋਂ ਬਾਅਦ, ਇਹ ਜ਼ਰੂਰ ਸਾਫ਼ ਕਰ ਦਿਓ, ਕਿਉਂਕਿ ਮੈਨੂੰ ਫਿਰ ਪੁੱਛਿਆ ਜਾਣਾ ਹੀ ਨਹੀਂ ਤੇ ਤੁਸੀਂ ਉਹ ਛੇੜ ਲਈ ਸੀ ਗੱਲ। ਲੋਕਾਂ ਕਹਿਣਾ ਤੂੰ ਪੁੱਛਦਾ ਕਿਉਂ ਨਹੀਂ, ਤੈਨੂੰ ਕਿਹਾ ਵਾ, ਤੂੰ ਕਿਉਂ ਨਹੀਂ ਪੁੱਛਦਾ? ਸੋ ਮੈਨੂੰ ਜ਼ਰੂਰ ਦੱਸ ਦਿਓ, ਕਲੀਅਰ ਕਰ ਦਿਓ ਕਿ ਤੁਸੀਂ ਵਕੀਲ ਸੀਗੇ ਉੱਥੇ ਨਾਲ CBI ਦੇ ਨਾਲ ਉਸ ਮੌਕੇ ਤੇ ਜਦੋਂ ਬਹਿਸ ਹੋ ਰਹੀ ਸੀ 3 ਦਿਨ ਦੀ। ਇਹ ਜਿਨ੍ਹਾਂ ਨੇ ਤੁਹਾਨੂੰ ਜੱਜਾਂ ਨੇ ਕਿਹਾ ਨਾ, ਉਹਨਾਂ ਜੱਜਾਂ ਨੂੰ ਕਹੋ ਨਾ ਜੱਜਮੈਂਟ ਪੜ੍ਹ ਲਓ। ਮੈਨੂੰ ਕਿਉਂ ਪੁੱਛਦੇ ਹੋ? ਰੰਧਾਵਾ ਸਾਹਿਬ, ਜੱਜਮੈਂਟ ਤੁਹਾਡੀ ਉਹਦੇ ਤੇ ਹੈਗੀ ਆ, ਨੈਟ ਤੇ ਹੈਗੀ ਆ, ਜੱਜਮੈਂਟ ਮੈਂ ਤਾਂ ਹੀ ਕਿਹਾ ਤੁਸੀਂ ਦੱਸ ਦਿਓਗੇ, ਵਧੀਆ ਹੋ ਜਾਊਗਾ ਨਾ। ਮੈਂ ਦੱਸ ਦਿੰਦਾ ਨਾ, ਉਹ ਜੱਜਮੈਂਟ ਦੇ ਵਿੱਚ ਮੇਰੇ ਸਾਰੇ ਆਰਗੂਮੈਂਟ ਲਿਖੇ ਆ, ਔਰ ਪੂਰੇ ਮੇਰੇ ਆਰਗੂਮੈਂਟ ਲਿਖੇ ਆ, ਜਿਹੜਾ ਪੂਰੇ ਦਾ ਪੂਰਾ ਉਹਦੇ ਚ ਅਸੀਂ ਮਿਲ ਕੇ ਚੱਲ ਰਹੇ ਸੀ, ਚੀਮਾ ਸਾਹਿਬ ਦੀ ਟੀਮ ਤੇ ਮੇਰੀ ਟੀਮ ਜੀ। ਕੰਪਲੇਨੈਂਟ ਤੇ ਪ੍ਰੋਸੀਕਿਊਸ਼ਨ ਨੇ ਮਿਲ ਕੇ ਚੱਲਣਾ ਹੁੰਦਾ, ਔਰ ਸਾਡੀ ਬਹੁਤ ਵਧੀਆ ਕੋਆਰਡੀਨੇਸ਼ਨ ਦੋਨਾਂ ਟੀਮਾਂ ਦੀ ਆਪਸ ਵਿੱਚ ਸੀਗੀ। ਅਸੀਂ ਇਹ ਵੰਡ ਕੇ ਵੀ ਚੱਲੇ ਸੀ, ਕਿਹੜੇ ਆਰਗੂਮੈਂਟ ਉਹਨਾਂ ਨੇ ਕਰਨੇ ਆ, ਕਿਹੜੇ ਮੈਂ ਕਰਨੇ ਆ। ਜਦੋਂ ਮਤਲਬ ਕਿ ਜੋ ਜੱਜਮੈਂਟ ਮੈਂ ਉੱਥੇ ਕੱਢ ਕੇ ਲੈ ਕੇ ਆਇਆ, ਉਹ ਜੱਜਮੈਂਟ ਕ੍ਰਾਈਮ ਅਗੇਂਸਟ ਹਿਊਮੈਨਿਟੀ ਵਾਲੀਆਂ, ਬੰਗਲਾਦੇਸ਼ ਦੀਆਂ ਦੂਜੀਆਂ ਹੋਰ ਸੁਪਰੀਮ ਕੋਰਟਾਂ ਦੀਆਂ ਜਿਹੜੀਆਂ ਜੱਜਮੈਂਟ, ਉਹ ਸਾਰੀਆਂ ਉਹ ਮੁਰਲੀਧਰ ਦੀ ਜੱਜਮੈਂਟ ਦੇ ਵਿੱਚ ਲਿਖੀਆਂ। ਜਿਹੜੇ ਆ ਤੁਹਾਨੂੰ, ਤੁਸੀਂ ਤਾਂ ਚਲੋ ਲੀਗਲ ਬੰਦੇ ਨਹੀਂ ਹੋ, ਜਿਹੜੇ ਆ ਤੁਹਾਨੂੰ ਵਕੀਲ ਤੇ ਇਹ ਗੱਲਾਂ ਕਹਿ ਰਹੇ ਆ ਨਾ, ਉਹਨਾਂ ਨੂੰ ਕਹਿੰਦੇ ਜੱਜਮੈਂਟ ਪੜ੍ਹ ਲਓ। ਨੰਬਰ 1 ਠੀਕ ਹੈ। ਨੰਬਰ 1 ਨੰਬਰ 2, ਜਦੋਂ ਇਹ ਕੇਸ ਉੱਥੇ ਕੜਕੜਡੁਮਾ ਕੋਰਟ ਜਾ ਰਿਹਾ ਸੀ ਨਾ, ਚੱਲ ਰਿਹਾ ਸੀ ਪਹਿਲਾਂ, ਉਦੋਂ ਜਦੋਂ ਇਹ ਚੱਲਿਆ 2010 ਤੋਂ ਲੈ ਕੇ 2013, 3 ਸਾਲ, ਕੜਕੜਡੁਮਾ ਕੋਰਟ ਸੁਪਰੀਮ ਕੋਰਟ ਤੋਂ 1 ਘੰਟੇ ਦਾ ਰਸਤਾ, ਰੋਜ਼ ਕੇਸ ਚੱਲਦਾ ਸੀ। ਮੈਂ ਆਪਣੀ ਵਕਾਲਤ ਠੱਪ ਕਰਕੇ ਰੋਜ਼ ਉੱਥੇ ਹੁੰਦਾ ਸੀ, ਔਰ ਰੋਜ਼ ਤੁਸੀਂ ਆ ਨਿਰਪ੍ਰੀਤ ਕੌਰ ਗਵਾਹ ਤੋਂ ਪੁੱਛ ਲਓ ਕਿ ਉੱਥੇ ਕੀ ਰੋਲ ਸੀ, ਜੇ ਮੈਂ ਨਾ ਹੁੰਦਾ ਕਿਵੇਂ ਕੇਸ ਚੱਲਣਾ ਸੀ। ਇਹ ਪੂਰੀ ਦੀ ਪੂਰੀ ਜਿਹੜੀ ਹੈ ਟੀਮ ਵਰਕ ਹੁੰਦਾ, ਚੀਮਾ ਸਾਹਿਬ ਦੇ ਨਾਲ ਪੂਰਾ ਟੀਮ ਵਰਕ ਸੀ। ਇਹ ਇੱਥੋਂ ਬਿਨਾਂ ਮੈਨੂੰ ਕੋਈ ਸ਼ੌਕ ਨਹੀਂ ਸੀ। ਮੈਂ ਆਪਣੀ ਸੁਪਰੀਮ ਕੋਰਟ ਦੀ ਵਕਾਲਤ ਛੱਡ ਕੇ ਉੱਥੇ ਜਾ ਕੇ ਬੈਠਦਾ। ਰੋਜ਼ ਦੀਆਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰੋਜ਼ ਦੀ ਲੱਖ 2-2 ਲੱਖ ਰੁਪਇਆ ਫੀਸਾਂ ਲੈਂਦੇ ਆ, ਉਹਨੂੰ ਛੱਡ ਕੇ ਜਾ ਕੇ ਬੈਠਾ ਉੱਥੇ ਬੈਠ ਕੇ। ਉਸ ਤੋਂ ਬਾਅਦ ਜੇ ਤੁਸੀਂ ਮੈਨੂੰ ਜਿਤਾਤਾ, ਮੈਂ ਅਸਤੀਫਾ ਦੇ ਕੇ ਚਲਾ ਜਾਵਾਂ। ਮੈਂ ਕਿਹਾ ਹੱਦ ਹੋ ਗਈ ਯਾਰ। ਜਾਂ ਤਾਂ ਤੁਸੀਂ ਕਹਿੰਦੇ ਮੈਂ ਲੀਡਰ ਆਫ ਆਪੋਜੀਸ਼ਨ ਬਣਨ ਵਾਸਤੇ, ਜੇ ਮੈਂ ਨਾ ਛੱਡਿਆ ਹੁੰਦਾ ਤੁਸੀਂ ਕਹਿਣਾ ਸੀ ਆ ਦੇਖੋ ਜੀ ਤਾਂ ਮੰਤਰੀ ਦਾ ਰਹਿਣਾ ਸੀ, ਉਹ ਕੇਸ ਭੁੱਲ ਗਿਆ, ਹੋ ਗਿਆ। ਫਿਰ ਤਾਂ ਤੁਸੀਂ ਕਹਿੰਦੇ ਬੰਦੇ, ਉਹ ਮੈਂ ਮੰਤਰੀ ਦਾ ਉਹਦਾ ਛੱਡ ਕੇ ਜਾ ਰਿਹਾ, ਕੋਈ ਪੈਸੇ ਲੈ, ਉੱਥੇ ਪੈਸੇ ਲੈ ਕੇ ਜਾ ਰਿਹਾ, ਪੈਸੇ ਲੈਣ ਲਈ ਜਾ ਰਿਹਾ, ਫ੍ਰੀ ਦਾ ਕੇਸ ਕਰਨ ਲਈ ਜਾ ਰਿਹਾ,
ਉਸ ਤੋਂ ਬਾਅਦ ਵੀ ਜੇਕਰ ਲੋਕ ਇਹੀਆਂ ਜਿਹੀਆਂ ਕਰਨ ਤਾਂ ਮੈਨੂੰ ਇਹੀ ਜਿਹੇ ਲੋਕਾਂ ਨੂੰ ਸੈਟੀਸਫਾਈ ਕਰਨ ਦੀ ਕੋਈ ਲੋੜ ਨਹੀਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਦੱਸਾਂ ਰੰਧਾਵਾ ਸਾਹਿਬ, ਮੈਂ ਤੁਹਾਨੂੰ ਆਪਣੀ ਹੁਣ ਕਹਿਣਾ, ਉਹ ਸਾਹਮਣੇ ਬਾਬਾ ਜੀ ਦਾ ਕਮਰਾ, ਮੈਂ ਸਿਰਫ ਬਾਬੇ ਤੋਂ ਡਰਦਾ, ਬਾਬੇ ਨੂੰ ਅਨਸਰੇਬਲ, ਬਾਕੀ ਮੈਂ ਕਿਸੇ ਨੂੰ ਅਨਸਰੇਬਲ ਨਹੀਂ, ਕਿਸੇ ਤੋਂ ਨਹੀਂ ਮੈਂ ਡਰਦਾ। ਅੱਛਾ, ਇੱਕ ਹੋਰ ਸਵਾਲ ਆਈ ਜਾਂਦਾ ਸੀ, ਕਹਿੰਦੇ ਫੂਲਕਾ ਸਾਹਿਬ ਨੂੰ ਇਹ ਜ਼ਰੂਰ ਪੁੱਛਿਓ, ਉਹਨਾਂ ਨੂੰ ਸ਼ਾਇਦ ਕਹਿੰਦੇ ਪੰਜਾਬ ਦੀ ਰਾਜਨੀਤੀ ਪਸੰਦ ਨਹੀਂ ਆਈ, ਉਹ ਤਾਂ ਕਿਸੇ ਤਰੀਕੇ ਨਾਲ ਚਾਹੁੰਦੇ ਸੀਗੇ ਵੀ ਮੈਂ ਇਹਨੂੰ ਛੱਡਾਂ, ਮੈਂ ਕਿਹੜੀ ਖਲ ਜਗਣ 'ਚ ਫਸ ਗਿਆ, ਔਰ ਉਹ ਸ਼ਾਇਦ ਆਪਣੇ ਪ੍ਰੋਫੈਸ਼ਨ 'ਚ ਜ਼ਿਆਦਾ ਖੁਸ਼ ਸੀਗੇ। ਇਹ ਵੱਡਾ ਸਵਾਲ ਆ। ਹੁਣ ਦੂਜਾ ਮਸਲਾ ਇਹ ਹੈ ਕਿ ਕੀ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਕਿਸੇ ਤਰੀਕੇ ਨਾਲ ਬਦਲਣ ਲਈ ਆਪ ਵਿੱਚ ਨਾ ਵੜ ਕੇ ਦੁਬਾਰਾ ਇਹ ਇਨਿੰਗ ਖੇਡਣ ਲਈ ਤਿਆਰ ਹੋ ਹੁਣ ਦੁਬਾਰਾ? ਕਿਉਂਕਿ ਤੁਹਾਡੇ ਅੰਦਰੋਂ ਦਰਦ ਬਾਰ-ਬਾਰ ਉੱਭਰਦਾ ਹੈ, ਜਾਗਦਾ ਹੈ, ਤੁਸੀਂ ਚਾਹੁੰਦੇ ਹੋ, ਤੜਪਦੇ, ਹੁਣ ਵੀ ਤੜਪਦੇ ਪਏ ਸੀ, ਹੋਰ ਕੀ ਸੀਗਾ, ਐਜੂਕੇਸ਼ਨ ਨੂੰ ਲੈ ਕੇ ਹੀ ਸਹੀ ਤੜਪ ਤਾਂ ਸੀਗੀ, ਇਹ ਜਨਮ ਭੋਏ ਵੱਲ, ਇਹ ਮਿੱਟੀ ਦਾ ਕੁਝ ਕਰਜ਼ ਤੋਂ ਕੋਈ ਰਹਿੰਦਾ ਸ਼ਾਇਦ ਅਦਾ ਕਰਨ ਵਾਲਾ, ਤਾਂ ਹੀ ਤਾਂ ਤਕਲੀਫ ਚੋਂ। ਰੰਧਾਵਾ ਸਾਹਿਬ, ਤੁਹਾਨੂੰ ਜਿਹੜਾ ਪੋਲੀਟਿਕਸ ਨਾਲ ਥੋੜਾ ਜ਼ਿਆਦਾ ਹੀ ਪਿਆਰ ਲੱਗਦਾ, ਤੇ ਜੇਕਰ ਜਿਹੜੀ ਇਹ ਗੱਲ ਕਹਿੰਦੇ ਆ ਨਾ ਕਿ ਮੈਂ ਪੋਲੀਟਿਕਸ 'ਚ ਰਾਸ ਨਹੀਂ ਆਇਆ, ਤਾਂ ਬਿਲਕੁਲ ਸਹੀ ਹੈ ਗੱਲ। ਮੈਂ ਤੁਹਾਨੂੰ ਕਿਹਾ ਮੈਂ ਢਲ ਰਿਹਾ ਸੀ। ਜੇਕਰ ਇਹ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਮੈਨੂੰ ਬਾਰ ਕੌਂਸਲ ਪਰਮਿਸ਼ਨ ਦੇ ਦਿੰਦੀ ਤਾਂ ਮੈਂ ਰਿਜ਼ਾਈਨ ਨਹੀਂ ਕਰਦਾ, ਹੌਲੀ ਹੌਲੀ ਆਪਣੇ ਆਪ ਨੂੰ ਪੂਰਾ ਢਾਲਣ ਦੀ ਕੋਸ਼ਿਸ਼ ਕਰਦਾ। ਪਰ ਜੇਕਰ ਤੁਸੀਂ ਪੰਜਾਬ ਦਾ ਦਰਦ ਮੈਨੂੰ ਦੇਖੋ, ਮੈਂ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ 2006 ਤੋਂ 2014 'ਚ ਮੈਂ ਵਕਾਲਤ ਜੁਆਇਨ ਕੀਤੀ। 8 ਸਾਲ ਪਹਿਲਾਂ ਹਰ ਸੈਟਰਡੇ ਸੰਡੇ ਮੈਂ ਆ ਕੇ ਪਿੰਡ ਦੇ ਕਿਸੇ ਸਕੂਲ 'ਚ ਬੈਠੇ ਹੋਵਾਂ, ਹੈ ਤੇ ਇਹ ਤਾਂ ਫਿਰ ਤਾਂ ਤੁਹਾਨੂੰ ਉੱਥੋਂ ਖੁਦ ਹੀ ਪਤਾ ਚੱਲ ਜਾਣਾ ਚਾਹੀਦਾ। ਮੈਂ ਸੁਪਰੀਮ ਕੋਰਟ ਦੀ ਵਕਾਲਤ ਛੱਡ ਕੇ ਆ ਕੇ ਇਦੋਂ ਪਿਛਲੇ ਅਸੈਂਬਲੀ ਇਲੈਕਸ਼ਨ 2012 ਦੇ 800 ਕਿਲੋਮੀਟਰ ਲੰਬਾ ਮਾਰਚ ਨਿਕਾਲਿਆ ਨਸ਼ਿਆਂ ਦੇ ਖਿਲਾਫ। ਦੂਜੇ ਉਦੋਂ ਜਿਹੜੇ ਆਪਣੇ ਕੁਰਸੀਆਂ ਵਾਸਤੇ ਲੜ ਰਹੇ ਸੀ, ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰਨ ਦੇ ਵਾਸਤੇ ਸੜਕਾਂ ਤੇ ਤੁਰਿਆ ਫਿਰਦਾ ਸੀ, ਉਹਦੇ ਵਾਸਤੇ ਲੜ ਰਿਹਾ ਸੀ, ਉਹ ਕਰਨ ਲਈ ਕਰ ਰਿਹਾ ਸੀ। ਤੇ ਜੇਕਰ ਦੇਖੋ ਗੱਲ ਇਹ ਆ ਕਿ ਜੀ ਉਹ ਜਿਹੜੇ ਹੁਣ ਜਿਨ੍ਹਾਂ ਨੇ ਗੱਲਾਂ ਕਰੀਆਂ ਉਹ ਤਾਂ ਕਹੀਆਂ ਜਾਣੀਆਂ, ਜਿਹੜਾ ਤੁਹਾਨੂੰ ਨੁਕਤੇ ਦਿੱਤੇ ਹੋਏ ਇਹਦਾ ਜਵਾਬ ਦੇ ਦੂੰਗਾ, ਉਹਨਾਂ ਨੇ ਹੋਰ ਕੱਢ ਲੈਣਾ, ਉਹਦਾ ਜਵਾਬ ਤਾਂ ਮੇਰਾ ਕਹਿੰਦਾ ਮੈਂ ਇਸ ਤੇ ਆਪਣਾ ਟਾਈਮ ਵੇਸਟ ਨਾ ਕਰਾਂ। ਫੂਲਕਾ ਸਾਹਿਬ, ਇੱਕ ਬੜੀ ਅਹਿਮ ਚੀਜ਼, ਪਿਛਲੀ ਵਾਰੀ ਤੁਸੀਂ ਇੱਕ ਜਿਹਨੂੰ ਪ੍ਰੈਸ਼ਰ ਗਰੁੱਪ ਦਾ ਨਾਂ ਦਿੱਤਾ ਸੀ, ਇੱਕ ਆਈਡੀਆ ਸੀ ਤੁਹਾਡਾ, ਉਹਨੂੰ ਲੋਕਾਂ ਨੇ ਬਹੁਤ ਸਿਰ ਮੱਥੇ ਲਿਆ, ਉਹਦੇ ਤੇ ਬਹੁਤ ਸਾਰਾ ਰਿਸਪੌਂਡ ਕੀਤਾ, ਔਰ ਖਾਸ ਤੌਰ ਤੇ ਮੈਸੇਜ ਦੇ ਰਾਹੀਂ, ਈਮੇਲਸ ਦੇ ਰਾਹੀਂ ਔਰ ਸੁਨੇਹਿਆਂ ਦੇ ਰਾਹੀਂ, ਬੜਾ ਫੋਨ ਕਾਲਸ ਤਾਂ ਬਹੁਤ ਹੀ ਜ਼ਿਆਦਾ ਰਹੀਆਂ, ਔਰ ਮੈਂ ਇਹ ਸਮਝਦਾ ਕਿ ਉਹ ਆਈਡੀਆ ਵੀ ਬੜਾ ਜ਼ਬਰਦਸਤ ਹੈ। ਪਰ ਜਿਹੜੀ ਗੱਲ ਤੁਸੀਂ ਮੈਨੂੰ ਫੇਰ ਕਹਿਤੀ ਕਿ ਤੈਨੂੰ ਪਿਆਰ ਸਿਆਸਤ ਨਾਲ, ਮੈਨੂੰ ਸਿਆਸਤ ਨਾਲ ਪਿਆਰ ਨਹੀਂ, ਮੈਨੂੰ ਲੱਗਦਾ ਸਭ ਤੋਂ ਸਿਖਰਲੀ ਕੁਰਸੀ ਤੇ ਸਭ ਤੋਂ ਥੱਲੇ ਦੀ ਕੁਰਸੀ, ਇਹ ਸਾਰੀ ਕੁਰਸੀਆਂ ਦੀ ਗੇਮ ਆ। ਸਿਸਟਮ ਦੇ ਵਿੱਚ ਜਿੰਨੇ ਵਿਗਾੜ ਤੇ ਭੈੜ ਆਏ ਨੇ, ਉਹ ਜੇਕਰ ਸਭ ਤੋਂ ਸਿਖਰਲਾ ਬੰਦਾ ਟੋਟਲ ਓਨੈਸਟ ਹੋਵੇ, ਓਨੈਸਟ ਦਾ ਹੋਣ ਦਾ ਮਤਲਬ ਇਹ ਨਹੀਂ ਕਿ ਪੈਸੇ ਨਾ ਲੈਂਦਾ ਹੋਵੇ ਤੇ ਉਹ ਓਨੈਸਟ ਆ। ਜੇਕਰ ਤੁਸੀਂ ਵੱਡੀ ਕੁਰਸੀ ਤੇ ਬਹਿ ਕੇ ਸਰਕਾਰੀ ਕਾਰੋਬਾਰ ਨੂੰ ਪਰਸਨਲ ਕਾਰੋਬਾਰਾਂ ਦੇ ਵਿੱਚ ਫੇਵਰ ਕਰੀ ਜਾਣੀ ਆ, ਜੇ ਟਰਾਂਸਪੋਰਟ ਪ੍ਰਾਈਵੇਟ ਦੇ ਵਿੱਚ ਹੀ ਫੇਵਰ ਹੋਈ ਜਾਣੀ, ਪਾਲਿਸੀ ਉਵੇਂ ਦੀ ਬਣੀ ਜਾਣੀ ਆ, ਸਰ ਮੈਂ ਇਹ ਮਹਿਸੂਸ ਕਰਦਾ ਪੋਲੀਟੀਕਲ ਸੀਨ ਬਦਲੇ ਬਿਨਾ ਤੁਸੀਂ ਇਸ ਪੰਜਾਬ ਦੀ ਵਿਵਸਥਾ ਨੂੰ ਕਿਵੇਂ ਬਦਲ ਸਕਦੇ ਹੋ? ਪ੍ਰੈਸ਼ਰ ਗਰੁੱਪ ਤਾਂ ਫॉर ਦਾ ਟਾਈਮ ਬੀਇੰਗ ਕੰਮ ਕਰਦਾ, ਕੁਝ ਇਸ਼ੂਜ਼ ਤੇ ਕੰਮ ਕਰਦਾ, ਲੇਕਿਨ ਸਭ ਤੋਂ ਸਿਖਰਲੀ ਕੁਰਸੀ ਤੋਂ ਥੱਲੇ ਤੱਕ ਆਉਂਦਿਆਂ ਮੈਨੂੰ ਲੱਗਦਾ ਤਬਦੀਲੀ ਦਾ ਰਾਹ ਇਹੀ ਆ। ਤਾਂ ਹੀ ਅਸੀਂ ਰੋਜ਼ ਰੋਜ਼ਦੇ ਨਾ ਮੈਂ ਇਲੈਕਸ਼ਨ ਲੜਨੀ, ਮੈਨੂੰ ਲੱਗਦਾ ਤੁਸੀਂ ਵੀ ਮਨਾ ਕਰ ਚੁੱਕੇ ਹੋ, ਅਸੀਂ ਕਿਸੇ ਖਾਤੇ 'ਚ ਨਹੀਂ ਪੈਂਦੇ, ਅਸੀਂ ਤਾ ਉਮਰ ਇੱਕ ਵੀ ਅਹੁਦੇ ਦੇ ਨਾਲ ਨਾ ਤਾਂ ਲੈਣਾ ਨਾ ਕਦੇ ਇਹੋ ਜਿਹੀ ਗੱਲ, ਲੇਕਿਨ ਇੱਕ ਦਰਦ ਆ ਕਿ ਇੱਕ ਬਿਹਤਰ ਜ਼ਿੰਦਗੀ ਜੀਏ, ਇੱਕ ਬਿਹਤਰ ਖਿੱਤੇ ਦੇ ਵਿੱਚ ਜੀਏ। ਜੇ ਅਸੀਂ ਆਪਣੀ ਮਰਜ਼ੀ ਨਾਲ ਥੋੜੀ ਜੰਮਣਾ ਸੀ, ਅਸੀਂ ਇੱਥੇ ਜੰਮ ਕੇ ਗੁਨਾਹ ਹੋ ਗਿਆ। ਜੇ ਅਸੀਂ ਇੱਥੇ ਪੈਦਾ ਹੋਏ ਤੇ ਭਗੌੜੇ ਕਿ ਹੋਈਏ, ਛੱਡ ਕੇ ਕੋ ਜਾਈਏ, ਇੱਥੇ ਮਰਾਂਗੇ, ਇਹਨੂੰ ਬਦਲਣ ਲਈ ਕਿਉਂ ਨਾ ਕੋਸ਼ਿਸ਼ ਕਰੀਏ? ਮੈਂ ਉਹ ਸਵਾਲ ਪੁੱਛਦਾ ਅਧੀਨਗੀ ਨਾਲ, ਨਿਮਰਤਾ ਨਾਲ। ਹਾਂ ਰੰਧਾਵਾ ਸਾਹਿਬ, ਇੱਕ ਤਾਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਜਿਹੜਾ ਤੁਸੀਂ ਮੇਰਾ ਕਨਸੈਪਟ ਸੀ ਜਿਹੜਾ ਪਿਛਲੀ ਵਾਰੀ ਵਾਲਾ, ਉਹਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ, ਔਰ ਉਹ ਲੋਕਾਂ ਦੇ ਵਿੱਚ ਚੱਲ ਵੀ ਗਿਆ। ਮੈਨੂੰ ਵੀ ਬੜੇ ਫੋਨ ਲੋਕਾਂ ਦੇ ਇਹ ਆਏ। ਹੁਣ ਦੇਖੋ, ਇਹ ਆਪਣੇ ਆਪਣੇ ਵਿਚਾਰ ਹੁੰਦੇ ਆ। ਮੇਰਾ ਜਿਹੜਾ ਵਿਚਾਰ ਆ ਕਿ ਜ਼ਿਆਦਾਤਰ ਪੋਲੀਟਿਕਸ ਦੇ ਵਿੱਚ, ਜ਼ਿਆਦਾਤਰ ਸਾਰੇ ਨਹੀਂ, ਜ਼ਿਆਦਾਤਰ ਲੋਕ ਉਹ ਆਉਂਦੇ ਆ ਜਿਨ੍ਹਾਂ ਨੂੰ ਕੁਰਸੀ ਦਾ ਲਾਲਚ ਹੁੰਦਾ ਜੀ। ਤੁਹਾਨੂੰ ਪਤਾ ਵੀ ਨਹੀਂ ਚੱਲਦਾ ਕਿ ਕਿਹੜਾ ਕੁਰਸੀ ਦਾ ਲਾਲਚ ਨਾਲ ਆ ਰਿਹਾ ਤੇ ਕਿਹੜਾ ਹੱਥ ਫੜਿਆ। ਹੁਣ ਜ਼ਿਆਦਾ ਪੰਜਾਬ ਦੇ ਹਿਤੈਸ਼ੀ, ਤੁਹਾਨੂੰ ਪਤਾ ਜਿੰਨੇ ਕਿ ਪੰਜਾਬ ਦੇ ਹਿਤੈਸ਼ੀ ਆ, ਉਹਨਾਂ ਚੋਂ ਕਈ ਤਾਂ ਸੱਤਾ ਦੇਖ ਕੇ ਛਾਲ ਮਾਰਦੇ ਆ, ਕੁਛ ਕੁ ਤੁਹਾਨੂੰ ਪਤਾ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਵੀ ਮੀਟਿੰਗਾਂ ਟੌਪ ਨਾਲ ਕੁਛ ਕੁ ਹੋਰਾਂ ਦੀਆਂ ਇਨਕਲਾਬੀਆਂ ਦੀਆਂ ਹੁੰਦੀਆਂ ਰਹੀਆਂ, ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਜ਼ਿਆਦਾਤਰ ਸੱਤਾ ਦੇ ਵਿੱਚ ਨਾ, ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਉਹ ਜੋ ਕੁਰਸੀ ਦੇ ਲਾਲਚ ਕਰਕੇ ਆਉਂਦੇ ਆ। ਤੇ ਹੁਣ ਮਤਲਬ ਕਿ ਮੈਂ ਇਹ ਚੀਜ਼ ਜਿਹੜੀ ਹੈ ਇਹ ਰਿਲਾਈਜ਼ ਕਰ ਚੁੱਕੇ ਹਾਂ ਕਿ ਇੰਨਾ ਸੌਖਾ ਕੰਮ ਨਹੀਂ ਹੈ ਇਹ।
ਇਹਨੂੰ ਜੇ ਤੁਸੀਂ ਬਦਲੋ ਕਿ ਸਾਰੇ ਦਾ ਸਾਰਾ ਇੱਕਦਮ ਇਨਕਲਾਬ ਲਿਆਓ ਤੇ ਇੱਕਦਮ ਠੀਕ ਕਰ ਦਿਓ ਨਾ, ਸੌਖਾ ਕੰਮ ਨਹੀਂ। ਉਹਦਾ ਮਤਲਬ ਇਹ ਨਹੀਂ ਕਿ ਚੁੱਪ ਕਰਕੇ ਬੈਠੀਏ। ਹੁਣ ਇੱਕ ਹੋਰ ਜਿਹੜੀ ਹੁੰਦੀ ਹੈ, ਹੁਣੇ ਮੈਨੂੰ ਜਦੋਂ ਮੈਂ ਇਹ ਸਕੂਲਾਂ ਦੇ ਵਿੱਚ ਕਿਹਾ ਕਿ ਮੁਬਾਰਕ ਪੰਜਾਬ ਨੂੰ ਕਿ ਸਕੂਲਾਂ ਨੂੰ ਸੁਧਾਰ ਕਰ ਲਿਆ, ਲੋਕਾਂ ਨੇ ਕਿਹਾ ਜੀ ਇਹ ਵੀ ਕਾਂਗਰਸ ਵਿੱਚ ਜਾ ਰਹੇ ਆ। ਦੱਸੋ, ਹੱਦ ਹੋ ਗਈ। ਦਿਨ ਰਾਤ ਇੰਦਰਾ ਗਾਂਧੀ ਨੂੰ ਤੇ ਉਹਨਾਂ ਨੂੰ ਰਾਜੀਵ ਗਾਂਧੀ ਨੂੰ ਵਿੱਚੋਂ ਫੜਨ ਵਾਲਾ ਹੈ ਤੇ ਇੰਨਾ ਕਰਨ ਵਾਲੇ ਇਹ ਕੁਛ ਕਰਨਾ ਸ਼ੁਰੂ ਕਰ ਦਿੱਤਾ। ਇਹ ਜਿਹੜਾ ਜਦੋਂ ਜੋ ਯੂ ਨੀਡ ਪੀਪਲ ਹੂ ਕੈਨ ਕਾਲ ਸਪੇਡ ਏ ਸਪੇਡ, ਇਹੋ ਜਿਹੇ ਬੰਦੇ ਤੁਹਾਨੂੰ ਚਾਹੀਦੇ ਆ ਜਿਹੜੇ ਗਲਤ ਕੰਮ ਨੂੰ ਗਲਤ ਕਹਿਣ, ਬਿਨਾਂ ਕਿਸੇ ਕੰਸਰਨ ਦੀ ਪਰਵਾਹ ਕੀਤੇ ਹੋਏ ਸਹੀ ਕੰਮ ਨੂੰ ਸਹੀ ਕਹਿਣ। ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ, ਮੈਂ ਉਦੋਂ ਵੀ ਸਰਕਾਰ ਜਿਸ ਚੰਗਾ ਕੰਮ ਕਰਦਾ ਸੀ ਉਹਦੀ ਤਾਰੀਫ ਕਰ ਦਿੰਦਾ ਸੀ। ਮੈਨੂੰ ਕਈਆਂ ਨੇ ਕਿਹਾ ਜੀ ਇਹ ਤਾਂ ਕੈਪੇਬਲ ਨਹੀਂ ਲੀਡਰ ਆਫ ਆਪੋਜੀਸ਼ਨ ਬਣਦਾ, ਲੀਡਰ ਆਫ ਆਪੋਜੀਸ਼ਨ ਦਾ ਤਾਂ ਕੰਮ ਹੁੰਦਾ ਸਰਕਾਰ ਨੂੰ ਨਕੇਦੀ ਜਾਓ ਕੋਈ। ਪਰ ਮੇਰਾ ਇਹ ਕੰਮ ਨਹੀਂ ਸੀ। ਮੈਂ ਕਹਿ ਰਿਹਾ ਜਿੱਥੇ ਚੰਗਾ ਕੰਮ ਕਰਦਾ ਉੱਥੇ ਤੁਸੀਂ ਉਹਨਾਂ ਨੂੰ ਸਪੋਰਟ ਕਰੋ, ਸਪੋਰਟ ਕਰਕੇ ਚੰਗਾ ਕੰਮ ਕਰੋ। ਮੈਂ ਅੱਜ ਵੀ ਕਹਿ ਰਿਹਾ ਰੰਧਾਵਾ ਸਾਹਿਬ, ਮੈਂ ਜੋ ਤੁਹਾਨੂੰ ਆਫ ਰਿਕਾਰਡ ਜਿਹੜੀ ਗੱਲ ਕਹੀ ਸੀ, ਬਹੁਤ ਐਸੇ ਕੰਮ ਆ ਜੋ ਪੰਜਾਬ ਦੇ ਭਲੇ ਚ ਕਰਾਉਣ ਵਾਲੇ, ਜਿਹੜੇ ਅਸੀਂ ਪੰਜਾਬ ਦੇ ਭਲੇ ਦੇ ਵਿੱਚ ਸਿਰਫ ਇਲੈਕਸ਼ਨ ਤੋਂ ਪਹਿਲਾਂ ਕਰਵਾ ਸਕਦੇ ਹਾਂ। ਸਭ ਤੋਂ ਵੱਡਾ ਕੰਮ ਉਹਦੇ ਵਿੱਚ ਆ ਜੋ ਰੇਤ ਮਾਫੀਆ, ਉਹ ਜੋ ਕਾਰਪੋਰੇਸ਼ਨ ਬਣਾਉਣਾ, ਇੱਕ ਮਾਈਨਿੰਗ ਦੀ ਕਾਰਪੋਰੇਸ਼ਨ ਨੂੰ ਹੀ ਇਹ ਸਾਰੀ ਮਾਈਨਿੰਗ ਉਹਦੇ ਕੋਲੇ ਹੋਵੇ। ਇਹ ਕਈਆਂ ਸਟੇਟਾਂ 'ਚ ਕਨਸੈਪਟ ਹੈਗਾ, ਇਹ ਬਹੁਤ ਜ਼ਰੂਰੀ ਆ ਕਰਾਉਣਾ। ਇਹ ਕੋਈ ਸਰਕਾਰ ਆ ਜੇ ਕਿਸੇ ਨੇ ਨਹੀਂ ਤੁਹਾਡਾ ਕਰਨਾ, ਕਿਉਂਕਿ ਚਾਹੇ ਆਪੋਜੀਸ਼ਨ ਦਾ ਐਮਐਲਏ ਹੋਵੇ ਚਾਹੇ ਰੂਲਿੰਗ ਪਾਰਟੀ ਦਾ ਹੋਵੇ, ਉਹਨਾਂ ਨੂੰ ਸਾਰਿਆਂ ਨੂੰ ਇਹ ਹਿੱਸਾ ਰੇਤ ਮਾਫੀ ਤੋਂ ਚੱਲਦਾ। ਇਹ 70-30% ਵਾਲੀ ਰੇਸ਼ੋ, 70% ਰੂਲਿੰਗ ਪਾਰਟੀ, 30% ਜਿਹੜੀ ਆਪੋਜੀਸ਼ਨ, ਇਹ ਵਾਲੀ ਰੇਸ਼ੋ ਚੱਲਦੀ ਆ। ਕੋਈ ਕਿਸੇ ਨੇ ਨਹੀਂ ਬੋਲਣਾ, ਕਿਸੇ ਨੇ ਨਹੀਂ ਕਰਨਾ। ਇਲੈਕਸ਼ਨ ਤੋਂ ਪਹਿਲਾਂ ਆਪਾਂ ਜ਼ੋਰ ਪਾ ਕੇ ਕਰਵਾ ਲਈਏ, ਪੰਜਾਬ ਵਾਸਤੇ ਬਹੁਤ ਵੱਡਾ, ਇਹ ਪੰਜਾਬ ਦੇ ਵਾਸਤੇ ਇੱਕ ਇਹਦਾ ਬੈਨੀਫਿਟ ਹੋਏਗਾ, ਬਹੁਤ ਵੱਡਾ ਕਦਮ ਹੋਏਗਾ। ਪੰਜਾਬ ਦੇ ਰੈਵਨਿਊ ਨੂੰ ਬਹੁਤ ਵੱਡਾ ਇਸ ਕਰਕੇ ਫਾਇਦਾ ਹੋ ਜਾਏਗਾ। ਤੇ ਜੇਕਰ ਅਸੀਂ ਇਹ ਸੋਚੀਏ ਕਿ ਮੈਨੂੰ ਸਰਕਾਰ ਚ ਲਿਆਓ ਮੈਂ ਫਿਰ ਕਰੂੰਗਾ, ਹੁਣ ਕੈਪਟਨ ਨੇ ਕਿਹਾ ਗੁਟਕੇ ਦੀ ਸਹੁੰ ਖਾਨਾ, ਨਸ਼ਾ ਚੁੱਕ ਦੂੰਗਾ, ਮੈਨੂੰ ਸਰਕਾਰ ਚ ਲਿਆਓ, ਤਾਂ ਸਰਕਾਰ ਲੈ ਕੇ ਦੇਖ ਲਿਆ। ਕੱਲ ਨੂੰ ਕਿਸੇ ਹੋਰ ਇਨਕਲਾਬੀ ਨੂੰ ਸਰਕਾਰ ਚ ਲਿਆ ਦਿਓ, ਫਿਰ ਉਸ ਤੋਂ ਬਾਅਦ 4 ਸਾਲ ਤੋਂ ਬਾਅਦ ਫਿਰ ਗੱਲ ਕਰੂਗਾ, 4 ਸਾਲ ਫਿਰ ਨਹੀਂ ਗੱਲ ਕਰਨੀ। ਤਾਂ ਇਹ ਮੌਕਾ ਜਿਹੜੇ ਅਸੀਂ ਇਕੱਠੇ ਹੋ ਕੇ ਜੋ ਏਜੰਡਾ ਬਣਾਓ 3 ਜਾਂ 4 ਪੁਆਇੰਟ, ਬਸ ਉਹ 3 ਜਾਂ 4 ਪੁਆਇੰਟ ਲੈ ਕੇ ਸਰਕਾਰ ਨੂੰ ਕਹੋ ਕਿ ਜੀ ਇਹ ਪੂਰੇ ਕਰੋ। ਜੇ ਪੂਰੇ ਨਹੀਂ ਕਰਾਉਂਦੇ, ਇਹੀ ਜੀ ਮੂਵਮੈਂਟ ਚਲਾਓ ਕਿ ਜੇ ਤੁਸੀਂ ਬੀਜੇਪੀ ਵਾਲ ਨੂੰ ਪਿੰਡੋਂ ਬੰਨੇ ਮਨਾ ਕੀਤਾ ਨਾ, ਇਹ ਕਾਂਗਰਸ ਵਾਲਿਆਂ ਨੂੰ ਪਿੰਡਾਂ 'ਚ ਵੜਨ ਤੋਂ ਮਨਾ ਕਰ, ਉਹਨਾਂ ਨੂੰ ਵੀ ਰੋਕ ਦੇ। ਬਿਹਤਰੀਨ ਦੋਸਤੋ, 3 ਜਾਂ 4 ਕੰਮ ਹਵਾ ਸਾਹਿਬ ਇਹ ਕਰਾ ਲਓ, ਇਹ ਵਾਲੇ ਕਰਾ ਕੇ ਸਭ ਤੋਂ ਵੱਡਾ ਕੰਮ ਹੋਏਗਾ। ਮਾਈਨਿੰਗ ਕਾਰਪੋਰੇਸ਼ਨ ਤੁਸੀਂ ਬਣਾ ਲਓ, ਪੰਜਾਬ ਦਾ ਰੈਵਨਿਊ ਤੁਹਾਡਾ, ਇਹ ਐਜੂਕੇਸ਼ਨ ਦਾ ਤੇ ਹੈਲਥ ਵਾਲਾ ਇੱਥੋਂ ਹੀ ਬੜਾ ਕੁਝ ਨਿਕਲਿਆ ਆਉਣਾ। ਇਹ ਕਰਵਾ ਲਓ, ਕਿਸੇ ਸਰਕਾਰ ਨੇ ਨਹੀਂ ਕਰਨਾ। ਮੈਂ ਤੁਹਾਨੂੰ ਲਿਖ ਕੇ ਦਿੰਦਾ ਅੱਜ, ਜਿਹੜੀ ਮਰਜ਼ੀ ਤੁਸੀਂ ਫਰੰਟ ਬਣਾ ਲਓ, 5 ਫਰੰਟ ਬਣਾ ਲਓ, ਸਰਕਾਰ ਲੈ ਆਓ, ਨਹੀਂ ਕਰਨਾ, ਕਿਉਂਕਿ ਉਹ ਐਮਐਲਏ ਨੇ ਵੀ ਇੱਥੋਂ ਹੀ ਆਪਣੇ ਘਰ ਚਲਾਉਣੇ ਆ। ਬਹੁਤ ਬਿਹਤਰੀਨ। ਮੈਨੂੰ ਦੋਸਤੋ ਇਹ ਗੱਲ ਕਹਿੰਦਿਆਂ ਬੜਾ ਫਖਰ ਹੈ ਕਿ ਫੂਲਕਾ ਸਾਹਿਬ ਮੇਰੇ ਨਾਲ ਇਹ ਗੱਲ ਕਰ ਰਹੇ ਆ। ਜਿਹੜੇ ਜਰਖੇਜ਼ ਦਿਮਾਗ ਹੁੰਦੇ ਆ, ਆਈਡੀਆਜ਼ ਉੱਥੋਂ ਹੀ ਆਉਂਦੇ। ਦੁਨੀਆ ਅੱਜ ਆਈਡੀਆਜ਼ ਤੇ ਚੱਲਦੀ ਆ। ਤੁਸੀਂ ਜੇ ਘਰ ਦੇ ਵਿੱਚ ਖਾਣਾ ਲਿਆਉਣ ਵਾਲੀ ਉਹ ਜੋਮੈਟੋ ਨੂੰ ਦੇਖ ਰਹੇ ਹੋ ਜਾਂ ਉਬਰ ਓਲਾ ਨੂੰ ਦੇਖ ਰਹੇ ਹੋ, ਇਹ ਵੀ ਇੱਕ ਬੰਦੇ ਦੇ ਦਿਮਾਗ ਦਾ ਖਿਆਲ ਸੀ ਜਿਹੜਾ ਦੁਨੀਆ 'ਚ ਫੈਲ ਗਿਆ। ਔਰ ਇਹ ਅਰਬਾਂ ਨਹੀਂ ਖਰਬਾਂ ਪਤੀ ਉਹ ਲੋਕ ਨੇ ਇਸ ਵੇਲੇ, ਇੱਕ ਬ੍ਰੇਨ ਦੇ ਆਈਡੀਏ ਨੇ ਦੁਨੀਆ ਬਦਲਤੀ ਵੱਖ-ਵੱਖ ਥਾਵਾਂ ਤੇ। ਜਿਸ ਕੰਪਿਊਟਰ ਦੇ ਉੱਤੇ ਅਸੀਂ ਜਿੰਨਾ ਲਾਈਨਾਂ ਤੇ ਤੁਰੇ ਫਿਰਦੇ ਆ ਗੱਲ ਕਰ ਰਹੇ ਆ, ਉਹ ਸਭ। ਸੋ ਮੈਨੂੰ ਲੱਗਦਾ ਕਿ ਫੂਲਕਾ ਸਾਹਿਬ ਦੀ ਇਹ ਗੱਲ ਬੜੀ ਅਹਿਮ ਆ। ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਵੀ ਜਿਹੜਾ ਮਗਰਲੇ 6 ਮਹੀਨਿਆਂ 'ਚ ਦਬਾਅ 'ਚ ਹੁੰਦਾ ਹੈ, ਜਿਹੜਾ ਸੱਤਾਵਾਨ ਹੈ ਮਗਰਲੇ 4 ਮਹੀਨੇ 'ਚ ਦਬਾਅ 'ਚ ਹੁੰਦਾ ਹੈ, ਉਸ ਮੌਕੇ ਤੇ ਤੁਸੀਂ ਜੋ ਚਾਹੋ ਮਨਾ ਸਕਦੇ ਹੋ। ਸ਼ਰਤ ਆ ਕਿ ਮਨਾਉਣ ਵਾਲੇ ਸੁਹਿਰਦ ਹੋਣ, ਉਹ ਸਾਫ਼ ਸੁਥਰੇ ਚਿਹਰੇ ਹੋਣ, ਪ੍ਰੈਸ਼ਰ ਕ੍ਰੀਏਟ ਕਰ ਸਕਦੇ ਹੋਣ, ਲਹਿਰ ਕ੍ਰੀਏਟ ਕਰ ਸਕਦੇ ਹੋਣ। ਫੂਲਕਾ ਸਾਹਿਬ ਦਾ ਇਹ ਆਈਡੀਆ ਜ਼ਬਰਦਸਤ ਹੈ ਕਿ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਇਹ 4 ਮਹੀਨੇ ਬਹੁਤ ਅਹਿਮ ਆ। ਕੋਈ ਵੀ ਪਾਲਿਸੀ ਬਣ ਕੇ ਅਮਲ 'ਚ ਇਹਨਾਂ 4 ਮਹੀਨਿਆਂ 'ਚ ਆਉਣੀ ਆ ਲੋਕਾਂ ਦੇ ਸਾਹਮਣੇ ਫੇਸ ਸੇਵਿੰਗ ਲਈ। ਬਿਹਤਰੀਨ ਫੂਲਕਾ ਸਾਹਿਬ, ਇਹਦੇ ਤੇ ਕੰਮ ਕਰਨਾ ਚਾਹੀਦਾ ਔਰ ਤੁਹਾਡੀ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਸ਼ੁਰੂ ਕਰਾਉਂਦੇ ਆ। ਮੇਰਾ ਖਿਆਲ ਬਹੁਤ ਸਾਰੇ ਲੋਕ ਇਹਦਾ ਸਾਥ ਦੇਣਗੇ ਕਿ ਜਿਹੜੇ 4 ਤੋਂ 5 ਕੰਮ ਪੰਜਾਬ ਦੇ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਪ੍ਰੈਸ਼ਰ ਪਾ ਕੇ ਕਰਾਏ ਜਾ ਸਕਣਗੇ, ਉਹ ਅਗਲੇ 5 ਸਾਲਾਂ 'ਚ ਵੀ ਨਹੀਂ, 4.5 ਸਾਲਾਂ 'ਚ ਫਿਰ ਨਹੀਂ ਕਰਾਏ ਜਾ ਸਕਣੇ। ਬਿਹਤਰੀਨ ਫੂਲਕਾ ਸਾਹਿਬ, ਮੈਂ ਤੁਹਾਨੂੰ ਇੱਕ ਚੀਜ਼ ਕਹਾਂ ਰੰਧਾਵਾ ਸਾਹਿਬ, ਸਿਰਫ ਇੱਕ ਗੱਲ ਕਹਿਣ ਲੱਗਾ।
ਇਸ ਟਾਈਮ ਜਿੰਨੇ ਆਪੋਜੀਸ਼ਨ ਦੇ ਲੀਡਰ ਆ ਉਹ ਤਾਂ ਚਾਹਣਗੇ ਨਾ ਹੋਣ, ਕਿਉਂਕਿ ਜੇ ਹੋ ਗਏ ਤਾਂ ਉਹਨਾਂ ਦੀ ਚੌਧਰ ਨਹੀਂ ਰਹਿਣੀ, ਉਹ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ। ਉਹ ਤਾਂ ਚਾਹਣਗੇ ਇਹ ਕੋਈ ਵੀ ਕੰਮ ਨਾ ਹੋਵੇ, ਅਸੀਂ ਕਹੀਏ ਜੀ ਸਾਡੀ ਸਰਕਾਰ ਆਵੇ ਤਾਂ। ਪਰ ਮੈਂ ਜੇ ਅਸਲੀ ਸਾਡਾ ਅਸਲੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਪ੍ਰੈਸ਼ਰ ਗਰੁੱਪ ਹੋਵੇ, ਉਹ ਇਹ ਚਾਹੇ ਕਿ ਆਹੀ ਮੌਕਾ ਸੀ ਹੁਣੇ ਕਰਾਣੇ ਆ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਿਆ, ਇਹਨਾਂ ਚੋਂ ਕਈ ਅਕਾਲੀ ਲੀਡਰ ਮੈਨੂੰ ਕਹਿੰਦੇ ਸੀ ਇਹ ਸੱਜਣ ਟਾਈਟਲ ਨੂੰ ਜੇ ਸਜ਼ਾ ਹੋ ਗਈ ਤਾਂ ਮੁੱਦਾ ਹੀ ਨਹੀਂ ਰਹਿਣਾ। ਮਤਲਬ ਕਿ ਇਹ ਸਾਡੇ ਇਹ ਲੀਡਰਾਂ ਦਾ, ਪੋਲੀਟੀਕਲ ਲੀਡਰਾਂ ਦਾ ਕੰਮ ਹੁੰਦਾ ਮੁੱਦਾ ਰੱਖਣਾ ਆਪਣੀਆਂ ਵੋਟਾਂ ਵਾਸਤੇ। ਜ਼ਿਆਦਾਤਰ ਤੁਹਾਡੇ ਆਪੋਜੀਸ਼ਨ ਦੇ ਬੰਦੇ ਸਿਰਫ ਬੋਲਣਗੇ ਪਰ ਉਹ ਚਾਹਣਗੇ ਨਹੀਂ ਇਹ ਕੰਮ ਹੋਣ। ਪਰ ਇਹ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਆ। ਇਹ ਜਿਹੜਾ ਪ੍ਰੈਸ਼ਰ ਗਰੁੱਪ ਆ ਜ਼ੋਰ ਪਾ ਕੇ ਕੰਮ ਕਰਾਵੇ। ਜੇ ਉਹਦਾ ਫਾਇਦਾ ਸਰਕਾਰ ਲੈਂਦੀ ਆ ਲਵੇ, ਪਰ ਸਾਡੇ ਕੰਮ ਤਾਂ ਕਰੇ ਨਾ, ਉਹ ਚੀਜ਼ਾਂ ਤਾਂ ਕਰੇ ਜੋ ਪੰਜਾਬ ਵਾਸਤੇ 4-5 ਜ਼ਰੂਰੀ ਨੇ। ਏਜੰਡਾ ਸੈੱਟ ਕਰ ਦਿਓ। ਬਿਹਤਰੀਨ ਏਜੰਡਾ ਸੈੱਟ ਕਰਨ ਲਈ ਸਾਡੇ ਕੋਲ ਬਿਹਤਰੀਨ ਦਿਮਾਗ ਪਏ ਆ। ਅਸੀਂ ਤਾਂ ਸਿਰਫ ਉਹ ਜਿਹੜੇ ਆਈਡੀਆਜ਼ ਹੋਣਗੇ ਉਹਨਾਂ ਨੂੰ ਸਪਰੈਡ ਕਰਾਂਗੇ, ਸੁੱਟਾਂਗੇ ਪਬਲਿਕ 'ਚ, ਔਰ ਜਿੰਨੀ ਜੀ ਜਾਨ ਨਾਲ ਉਹਨੂੰ ਪਿੱਛੋਂ ਬੂਸਟ ਕਰ ਸਕੀਏ, ਧੱਕਾ ਲਾ ਸਕੀਏ ਕਰਾਂਗੇ। ਫੁਲਕਾ ਸਾਹਿਬ ਜੀਂਦੇ ਵਸਦੇ ਰਹੋ, ਇਸੇ ਤਰ੍ਹਾਂ ਤੜਪ ਰੱਖੋ। ਸ਼ਾਇਦ ਇਸ ਧਰਤੀ ਦੀ ਤਪਸ਼ ਕੁਝ ਘਟ ਜਾਏ, ਤੁਹਾਡੇ ਵਰਗੇ ਲੋਕਾਂ ਦਾ ਸਵੈ ਮਾਣ ਸਾਡੇ ਮਾਣ 'ਚ ਬਦਲ ਜਾਏ। ਬਹੁਤ ਮਿਹਰਬਾਨੀ।